श्री नानक अंगद गुरु अमरदास पद बंद रामदास अर्जन गुरु बर श्री हरगोबिंद हरि राय हर कृष्ण गुर तेग बहादुर दसवें गोबिंद सिंह गुरु नमो चरण जिसमें अमृत ज्ञान है श्री गुरु ग्रंथ साहिब उदद श्री गुरु शब्द कमाए जना तीन संतन को बंदना एक अंकारा सतगुरु वाहे गुरु जी की फतेह एक अंकारा सतगुरु ते प्रसाद सच होए वाहे गुरु जी की फतेह विघ्न विनाशन सोए। सुखमंदर प्रभु आनंद सदा मोकंद अंतर्मुख बिंद सदन किन्नी मोदक बंद सुंदर सुखमंदर प्रभु। वाहेगुरु जी का खालसा वाहेगुरु जी की फतेह। परम सन्मान जोग चबर छत्र तखत दे मालक प्रगट गुरां की देह प्रताख हार तन तन सतगुरु श्री गुरु ग्रंथ साहिब महाराज दे परम पवित्र सत संगत हजूरी दे अंदर नौवें गुरुदेव सतगुरु श्री गुरु तेग बहादुर साहिब महाराज दे महान पावन पवित्र भजन बंदगी तप अस्थान गुरुद्वारा श्री भोरा साहिब पातशाही नौवीं विखे पिछले पैर दे समय दे सजे हुए दीवाना दे अंदर हाजरियां भर के दर्शन दीदारे करके लाहा प्राप्त कर रहे गुरु प्यारी खालसा साध संगत जी सतगुरु साहिब जी ने साडे ते बहुत ही अपार बख्शिश कृपालता की है। जो महाराज साहिब जी ने अपनी पवित्र सत संगत दियां घड़ियां सानू बख्शियां हन। चल रही लड़ीवार गुरु इतिहास की कथा दे विच सतगुरु नानक देव महाराज साहिब दे जीवन के प्रसंग आपां सरवण कर रहे हैं, जिस दे विच आप जी ने कल सरवण किया गुरु नानक देव महाराज साहिब सच्चे पातशाह जगत के उद्धार करने वास्ते बाल लीला दे कौतक कर रहे हैं। पिता जी ने एक दिन खेती करने वास्ते कहा, महाराज ने खेत बीजिया। बाबे कालू जी ने विचारिया भी सोहनी खेती हुई है भी होर बड़े किसान बन गए बहुती माया कमाया करनगे। महाराज अंतरजामी जान गए भी पिता जी ते माया का लालच करते हैं, ये हुणे फाहा वढ़ दिए जंजाल वाला माया दे मोह वाला सारा ही खेत। महाराज ने आवारा पशुओं को चराता। बाबा कल्याण चंद बड़ा औखा भारा होया, पर महाराज साहिब जी मस्त रहे। फिर एक दिन सतगुरु जी बाहर बिराज रहे सन। सारे दरख्तां की छां ढल गई, पर जिस हेठां गुरु नानक देव महाराज बिराजे उस दरख्त की छां नहीं टली। राय बलार ने वेख के महाराज की बहुत भावना बना के श्रद्धा बना के
ਵੀ ਪਹਿਲਾਂ ਵੇਖੋ ਵੀ ਇੱਕ ਸੱਪ ਨੇ ਛਾਇਆ ਕੀਤੇ, ਅੱਜ ਦਰਖਤਾਂ ਦੀ ਛਾਂ ਬਾਕੀ ਢਲ ਗਈ ਹੈ, ਪਰ ਜਿਹਦੇ ਹੇਠ ਆਏ ਬਰਾਜੇ ਨੇ ਉਹਦੀ ਛਾਂ ਨਹੀਂ ਢਲੀ। ਇਹ ਕਲਾਵਾਨ ਨੇ ਕੋਈ ਅਵਤਾਰੀ ਪੁਰਖ ਹਨ। ਮਹਾਰਾਜ ਨੂੰ ਦੂਰੋਂ ਹੀ ਮੱਥਾ ਟੇਕ ਕੇ ਆਪਣੇ ਮਹਿਲਾਂ 'ਚ ਆ ਗਿਆ। ਕਲਿਆਣ ਚੰਦ ਜੀ ਨੂੰ ਵੀ ਵਡਿਆਈ ਕਹੀ, ਪਰ ਬਾਬਾ ਜੀ ਕਹਿੰਦੇ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਤੁਹਾਡਾ ਪੁੱਤਰ ਬੜਾ ਕਲਾਵਾਨ ਹੈ, ਮੈਂ ਤੇ ਕਹਿੰਦਾ ਵੀ ਕੋਈ ਕਲਾ ਵੇਖੀ ਨਹੀਂ, ਉਹਨਾਂ ਦਾ ਗੁਣ ਵੇਖਿਆ ਕੋਈ ਨਹੀਂ। ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਲੁਕਾਉਣ ਛੁਪਾਉਣ ਦੇ ਲਈ ਹਜੇ ਗੁਪਤੀ ਰਹਿੰਦੇ ਹਨ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਐਸੀ ਮਸਤਾਨੀ ਦੀਵਾਨੀ ਹਾਲਤ ਵੇਖ ਕੇ ਹਰਦਾਸ ਵੈਦ ਆ ਕੇ ਮਹਾਰਾਜ ਦਾ ਇਲਾਜ ਕਰਨ ਦੇ ਲਈ ਨਬਜ਼ ਵੇਖਦਾ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਿਵੇਂ ਹਰਦਾਸ ਵੈਦ ਨੂੰ ਨਿਹਾਲ ਕੀਤਾ। ਇਹ ਪਾਵਨ ਕਥਾ ਜਾ ਰਹੀ ਹੈ, ਸਰਵਣ ਕਰੀਏ, ਇਕਾਗਰਤਾ ਬਖਸ਼ੋ। ਲਵਾਓ ਹਾਜ਼ਰੀ ਸਾਰੀ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸੁੰਦਰ ਸੁਖਮੰਦਰ ਪ੍ਰਭੂ ਆਨੰਦ ਸਦਾਨੋ ਕੰਦ ਅੰਤਰ ਮੁਖ ਪ੍ਰਿਤ ਸਰਜ ਮੈਂ ਕੀਨੀ ਬਹੁ ਜਗ ਬੰਦ। ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋ ਸੁੱਖਾਂ ਦੇ ਘਰ ਹਨ, ਸੁੰਦਰ ਸੁਖ ਮੰਦਰ ਪ੍ਰਭੂ, ਸੁੰਦਰ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੁੱਖਾਂ ਦੇ ਘਰ ਹਨ। ਆਨੰਦ ਸਦਾਨੋ ਕੰਦ ਜੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਆਨੰਦ ਦੇ ਦੇਣ ਹਾਰੇ ਤੇ ਸ਼ਰਨ ਆਇਆ ਨੂੰ ਸਦਾ ਹੀ ਮੁਕਤੀ ਬਖਸ਼ਦੇ ਨੇ। ਮੁਕਤੀ ਦੇ ਦਾਤੇ ਤੇ ਆਨੰਦ ਦਾ ਸਰੂਪ ਹਨ ਗੁਰੂ ਨਾਨਕ ਦੇਵ ਮਹਾਰਾਜ। ਅੰਤਰ ਮੁਖ ਪ੍ਰਿਤ ਸਰਜ ਮੈਂ ਕੀਨੀ ਬਹੁ ਜਗ ਬੰਦ। ਰੁੱਤ ਬਦਲੀ ਹੈ, ਪਹਿਲਾਂ ਪਾਪ ਸਰੁੱਤ ਸੀ ਵਰਖਾ ਦੀ ਰੁੱਤ, ਹੁਣ ਸਰਦ ਰੁੱਤ ਆ ਗਈ ਹੈ। ਅੱਸੂ ਦੇ ਕੱਤੇ ਦਾ ਮਹੀਨਾ ਸਰਦ ਰੁੱਤ ਦਾ ਸਮਾਂ ਹੈ ਤੇ ਸਰਦ ਰੁੱਤ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੋ ਸਾਰੇ ਜਗਤ ਦੇ ਬੰਧਨ ਯੋਗ ਨੇ, ਜੋ ਨਮਸਕਾਰ ਕਰਨ ਯੋਗ ਨੇ, ਸਤਿਗੁਰਾਂ ਨੇ ਆਪਣੀ ਬਿਰਤੀ ਅੰਤਰਮੁਖ ਕਰ ਲਈ। ਅੰਤਰਮੁਖ ਬਿਰਤੀ ਤੋਂ ਭਾਵ ਹੈ ਵੀ ਬਾਹਰਲੇ ਪਾਸਿਓ ਧਿਆਨ ਸੰਕੋਚ ਕੇ ਤੇ ਕੇਵਲ ਮਹਾਰਾਜ ਨੇ ਧਿਆਨ ਆਪਣੇ ਸਰੂਪ ਦੇ ਅੰਦਰ ਟਿਕਾ ਲਿਆ। ਆ ਕਹਿੰਦੇ ਵੀ ਜਦੋਂ ਲੀਲਾ ਕੀਤੀ ਨਾ, ਬਿਰਸ਼ ਦੀ ਛਾਇਆ ਇੱਕ ਥਾਂ ਤੇ ਟਿਕੀ ਰਹੀ, ਰਾਏ ਬਲਾਰ ਵੀ ਖੁਸ਼ ਹੋਇਆ। ਸਾਰੇ ਲੋਕ ਮਹਾਰਾਜ ਸਾਹਿਬ ਦੀ ਵਡਿਆਈ ਕਰਨ ਲੱਗ ਪਏ ਜਿਹੜੇ ਸਤਸੰਗੀ ਸਨ, ਤੇ ਕੁਝ ਲੋਕ ਨਿੰਦਕ ਵੀ ਸਨ। ਬਾਬੇ ਕਲਿਆਣ ਚੰਦ ਵਰਗੇ ਸ਼ਰਧਾ ਤੋਂ ਰਹਿਤ ਵੀ ਸਨ, ਜਿਹੜੇ ਸਤਿਗੁਰਾਂ ਨੂੰ ਆਮ ਸਧਾਰਨ ਜਨ ਜਾਣਦੇ ਸੀ। ਕਹਿੰਦੇ ਵੀ ਉਹਨਾਂ ਸਾਰਿਆਂ ਤੋਂ ਮਹਾਰਾਜ ਸਾਹਿਬ ਜੀ ਨੇ ਆਪਣਾ ਸੁਭਾਅ ਫੇਰ ਲਿਆ, ਆਪਣੇ ਆਪ ਨੂੰ ਗੁਪਤ ਕਰ ਲਿਆ। ਬੇਦੀਆਂ ਦੀ ਕੁਲ ਦੇ ਤੁਜਾ ਰੂਪ ਸਤਿਗੁਰਾਂ। ਘਰ ਬਹੁਤ ਵੱਡਾ ਸੀ ਮਹਾਰਾਜ ਦਾ, ਤੇ ਘਰ ਦੇ ਇੱਕ ਪਾਸੇ ਨਾ ਜਿੱਥੇ ਇਕਾਂਤ ਹੈ, ਕੋਈ ਆਉਂਦਾ ਜਾਂਦਾ ਨਹੀਂ, ਇੱਕ ਪਾਸੇ ਜੇ ਬਰਾਜੇ ਰਹਿੰਦੇ ਚਾਦਰਾ ਲੈ ਕੇ। ਪਰ ਜੇ ਕਿਤੇ ਪਤਾ ਲੱਗਦਾ ਨਾ ਕੋਈ ਸਾਧੂਆਂ ਦੀ ਟੋਲੀ ਆਈ ਹੈ ਨੇੜੇ, ਕਿਉਂਕਿ ਸਾਧੂ ਮਹਾਤਮਾ ਤੁਰਦੇ ਫਿਰਦੇ ਵਿਚਰਦੇ ਚੱਕਰਵਰਤੀ ਰਹਿੰਦੇ ਸਨ, ਤੇ ਜੇ ਕੋਈ ਸਾਧੂ ਸੰਤ ਬਾਰੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪਤਾ ਲੱਗਦਾ ਤੇ ਮਹਾਰਾਜ ਸਾਹਿਬ ਉੱਥੇ ਜਾ ਕੇ ਉਹਨਾਂ ਦੇ ਨਾਲ ਮਿਲਦੇ, ਦਰਸ਼ਨ ਦਿਦਾਰੇ ਕਰਦੇ, ਬੋਲਦੇ ਚਾਲਦੇ। ਸਾਧੂ ਸੰਤਾਂ ਦੇ ਕੋਲ ਕਦੀ ਘਰ ਛੱਡ ਕੇ ਚਲੇ ਜਾਂਦੇ ਆ ਵੀ ਜਿੱਥੇ ਰੱਬ ਦੇ ਪਿਆਰੇ, ਕਿਉਂਕਿ ਮਹਾਰਾਜ ਪਰਮੇਸ਼ਰ ਨੇ ਤੇ ਜਿਹੜੇ ਸੰਤ ਹਨ ਉਹ ਭਗਤ ਨੇ ਪਰਮੇਸ਼ਰ ਦੇ, ਤੇ ਪਰਮੇਸ਼ਰ ਆਪਣੇ ਪਿਆਰਿਆਂ ਦੇ ਪਿਆਰ ਦੇ ਵਿੱਚ ਖਿੱਚਿਆ ਪਹੁੰਚ ਜਾਂਦਾ ਹੈ ਨਾ ਜਿੱਥੇ ਵੀ ਹੋਣ। ਇਹ ਗੁਰੂ ਨਾਨਕ ਦੇਵ ਮਹਾਰਾਜ ਸੰਤਾਂ ਮਹਾਤਮਾ ਦੀ ਟੋਲੀ ਜਿੱਥੇ ਕੋਈ ਆ ਕੇ ਬੈਠਦੀ ਹੈ, ਉਹਨਾਂ ਦੇ ਕੋਲ ਘਰ ਛੱਡ ਕੇ ਚਲੇ ਜਾਂਦੇ ਹਨ। ਸਦਾ ਸੰਤ
ਭਗਤਨ ਕੀ ਸੰਗਤ ਸਦਾ ਹੀ ਸਾਧੂ ਸੰਤਾਂ ਦੀ ਸੰਗਤ ਦੇ ਵਿੱਚ ਲੋਕਾਂ ਦੀ ਕਲਿਆਣ ਵਾਸਤੇ ਮਹਾਰਾਜ ਜੀ ਬੈਠਦੇ ਹਨ। ਬੈਠੇ ਗਿਆਤਨ ਪੰਗਤ ਜਿਹੜੇ ਅਗਿਆਨੀ ਜੇ ਲੋਕ ਹੁੰਦੇ ਆ, ਤਾਸ਼ਾ ਜੀਆਂ ਖੇਡਦੇ, ਬਹਿ ਕੇ ਚੁਰਾਇਆਂ 'ਚ ਜਾਂ ਕਿਤੇ ਰੁੱਖਾਂ ਹੇਠਾਂ ਝੂਠ ਸੱਚ ਬੋਲਦੇ, ਉਹਨਾਂ ਦੇ ਨੇੜੇ ਨਹੀਂ ਮਹਾਰਾਜ ਜਾਂਦੇ। ਜਿੱਥੇ ਕੋਈ ਸੰਤ ਮਹਾਤਮਾ ਬੈਠਾ ਹੋਵੇ ਉਹਦੇ ਲਾਗੇ ਕਿੰਨਾ ਕਿੰਨਾ ਸਮਾਂ ਬੈਠੇ ਰਹਿੰਦੇ ਨਿਰੰਕਾਰ ਕੀ ਕੀਰਤ ਗਾਥਾ ਤੇ ਬਹਿ ਕੇ ਕਰਦੇ ਕੀ ਆ, ਜੋ ਨਿਰੰਕਾਰ ਪਰਮੇਸ਼ਰ ਹੈ ਉਹਦੀ ਕੀਰਤੀ ਦੀਆਂ ਕਥਾ ਕਹਾਣੀਆਂ ਮਹਾਰਾਜ ਕਹਿੰਦੇ ਜੇ ਸੁਣਦੇ ਹਨ। ਕਹਾਣੀ ਸੁਣੇ ਤਿਨ ਸੋਹਿਤ ਸਾਥਾ ਆ ਬੜੇ ਹਿੱਤ ਦੇ ਨਾਲ ਮਹਾਰਾਜ ਪਰਮੇਸ਼ਰ ਦੀ ਮਹਿਮਾ ਉਹਨਾਂ ਸੰਤਾਂ ਮਹਾਤਮਾ ਨੂੰ ਕਹਿ ਕੇ ਸੁਣਾਉਂਦੇ, ਉਹਨਾਂ ਦੇ ਕੋਲੋਂ ਵੀ ਸੁਣਦੇ ਆ। ਮਹਾਰਾਜ ਖੁਸ਼ ਹੁੰਦੇ ਆ ਆਪਣੇ ਪਿਆਰਿਆਂ ਭਗਤਾਂ ਦੇ ਕੋਲੋਂ ਪਰਮੇਸ਼ਰ ਦੀ ਵਡਿਆਈ ਸੁਣ ਕੇ। ਰਖਤਨ ਕੀ ਜਿਤ ਧਾਰੀ ਸੋ ਇਹ ਢੰਗ ਦੇ ਨਾਲ ਜਿਹੜੀ ਮਹਾਰਾਜ ਨੇ ਰੀਤੀ ਧਾਰੀ ਹੈ ਨਾ, ਜਿਵੇਂ ਬਰਕਤ ਸਾਧੂ ਹੁੰਦੇ ਆ, ਜਿਹੜਾ ਸਾਰਾ ਕੁਝ ਘਰ-ਬਾਰ ਮੋਹ ਮਾਇਆ ਛੱਡ ਕੇ ਤੇ ਚਲੇ ਜਾਂਦੇ ਆ। ਸਤਿਗੁਰੂ ਰਹਿ ਤਾਂ ਆਪਣੇ ਘਰ ਦੇ ਵਿੱਚ ਰਹੇ ਆ, ਪਰ ਬਿਰਤੀ ਬਰਕਤ ਸਾਧੂਆਂ ਵਾਲੀ ਹੈ। ਸੰਸਾਰ ਦੇ ਕਿਸੇ ਪਦਾਰਥ ਦੇ ਨਾਲ ਮੋਹ ਹੀ ਨਹੀਂ ਹੈ, ਲਗਾਵ ਹੀ ਨਹੀਂ ਹੈ। ਜੇ ਜੰਜਾਲ ਜੋ ਹੋਤੇ ਸੰਸਾਰੀ ਆ ਜਿੰਨੇ ਵੀ ਦੁਨੀਆ ਦੇ ਬੰਧਨ ਸੀ, ਫਾਹੇ ਸਨ, ਜੰਜਾਲ, ਉਹ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਨੇ ਤਿਆਗ ਦਿੱਤੇ। ਗੋਤ ਤਨ ਜਾਤ ਸਮਾਨਾ ਜਿੱਥੇ ਮਹਾਰਾਜ ਜੀ ਬੈਠਦੇ ਨੇ ਨਾ ਇਕਾਂਤ ਵਿੱਚ ਕਿਤੇ, ਤੇ ਜਿਹੜੇ ਸਤਿਗੁਰੂ ਦੇ ਉਮਰ ਦੇ ਹਮ ਉਮਰ ਸਨ, ਬਚਪਨ 'ਚ ਖੇਡਦੇ ਰਹੇ, ਜਿਹੜੇ ਗੋਦ ਧਨ ਤੇ ਜਾਤ ਕਰਕੇ ਵੀ ਬਰਾਬਰ ਸੀ, ਭਾਵ ਜਿਹੜੇ ਬੇਦੀਆਂ ਦੀ ਕੁਲ ਦੇ ਬੱਚੇ ਕੁਝ ਮਹਾਰਾਜ ਨਾਲ ਖੇਡਦੇ ਹੁੰਦੇ ਸਨ। ਵਚਨ ਸੁਣਨ ਕੀ ਜਿਨ ਲੁਟ ਨਾਨਾ ਜਿਨ੍ਹਾਂ ਦੇ ਚਿੱਤ ਦੇ ਵਿੱਚ ਮਹਾਰਾਜ ਦੇ ਬਚਨ ਸੁਣਨ ਦੀ ਬਹੁਤ ਰੁਚੀ ਹੈ, ਬਚਪਨ ਦੇ ਵਿੱਚ ਬੜੇ ਮਹਾਰਾਜ ਦੇ ਬਚਨ ਸੁਣਦੇ ਰਹੇ। ਉਹ ਹੁਣ ਚਾਹੁੰਦੇ ਆ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਨਾਲ ਕੁਝ ਬਚਨ ਕਰਨ, ਕੁਝ ਨਾ ਕੁਝ ਸਾਨੂੰ ਕਹਿਣ, ਪਰ ਮਹਾਰਾਜ ਨੇ ਸੁਭਾਅ ਹੀ ਐਸਾ ਫੇਰ ਲਿਆ ਵੀ ਮਸਤੀ ਰਹਿੰਦੇ ਆ, ਕਿਸੇ ਨੂੰ ਕੁਝ ਕਹਿੰਦੇ ਹੀ ਨਹੀਂ। ਪਾਸ ਧਿਆਨ ਕਰ ਸੋ ਉਹ ਗੱਲ ਸੁਣਨ ਦੇ ਲਈ ਮਹਾਰਾਜ ਦੇ ਬਚਨ ਸੁਣਨ ਦੀ ਭਾਵਨਾ ਦੇ ਨਾਲ ਜਿਹੜੇ ਬਚਪਨ ਦੇ ਮਿੱਤਰ ਹੈ, ਉਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਬੈਠਦੇ ਆ ਘੇਰਾ ਘੱਤ ਕੇ। ਬਾਲਪਨੇ ਮੈਂ ਖੇਲਤ ਜੋ ਬਾਲ ਅਵਸਥਾ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਲ ਖੇਡਾਂ ਖੇਡਦੇ ਰਹੇ, ਕਈ ਤਰ੍ਹਾਂ ਦੇ ਕੌਤਕ ਕਰਦੇ ਰਹੇ, ਨਾਸੀਰ ਤਿਨ ਸੋਤਾ ਬਿਆਸੇ ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਸਮੇਂ ਉਹਨਾਂ ਦੇ ਨਾਲੋਂ ਵੀ ਇਸ ਤਰ੍ਹਾਂ ਦੀ ਉਪਰਾਮਤਾ ਧਾਰ ਲਈ, ਇਸ ਤਰ੍ਹਾਂ ਦੀ ਉਦਾਸੀਨਤਾ ਧਾਰ ਲਈ। ਨਾਚ ਨਾਰੀ ਮਿਲ ਹੈ ਜੈਸੇ ਜੇ ਕੋਈ ਜਾਣ ਪਛਾਣ ਤੋਂ ਬਿਨਾ ਕੋਈ ਬੰਦਾ ਮਿਲੇ ਤੇ ਉਹਨੂੰ ਉਪਰਾ ਜਿਹਾ ਮਿਲੀਦਾ ਹੈ ਨਾ, ਜਿਹਦੀ ਜਾਣ ਪਛਾਣ ਨਾ ਹੋਵੇ, ਬੰਦਾ ਖੁੱਭ ਕੇ ਨਹੀਂ ਮਿਲਦਾ, ਬਹੁਤੀਆਂ ਗੱਲਾਂ ਬਾਤਾਂ ਨਹੀਂ ਜਿਵੇਂ ਕਰਦਾ। ਜਿਹੜੇ ਬਚਪਨ 'ਚ ਖੇਡਦੇ ਰਹੇ ਉਹ ਵੀ ਮਹਾਰਾਜ ਕੋ ਜੇ ਆਉਂਦੇ ਆ ਤੇ ਅਣਪਛਾਤਿਆਂ ਦੇ ਵਾਂਗ ਹੀ ਸਤਿਗੁਰੂ ਜੀ ਮਿਲਦੇ, ਬਹੁਤਾ ਗੱਲਾਂ ਬਾਤਾਂ ਦੇ ਵਿੱਚ ਧਿਆਨ ਨਹੀਂ ਦਿੰਦੇ। ਦੇਖ ਮਾਤ ਮਨ ਚਿੰਤਾ ਮਹਾਰਾਜ ਦੀ ਐਸੀ ਹਾਲਤ ਵੇਖ ਕੇ ਮਾਤਾ ਤ੍ਰਿਪਤਾ ਜੀ ਨੂੰ ਬਹੁਤ ਚਿੰਤਾ ਹੈ ਵੀ ਪਹਿਲਾਂ ਚਲੋ ਵੀ ਆਪਣੇ ਹਾਣੀਆਂ ਦੇ ਨਾਲ, ਆਪਣੇ ਮਿੱਤਰਾਂ ਬਾਲਕਾਂ ਦੇ ਨਾਲ ਤਾਂ ਖੇਡਾਂ ਕਰਦੇ ਸੀ, ਹੁਣ ਤੇ ਆਪਣੇ ਹਾਣੀਆਂ ਦੇ ਨਾਲ, ਮਿੱਤਰਾਂ ਦੇ ਨਾਲ ਵੀ ਇਹ ਕੋਈ ਵਚਨ ਨਹੀਂ ਕਰਦੇ ਜਿਹੜੇ ਬਚਪਨ ਤੋਂ ਖੇਡਦੇ ਰਹੇ। ਅੱਜ ਜਿੱਥੇ ਮਹਾਰਾਜ ਨਾ ਘਰ ਦੇ ਇੱਕ ਪਾਸੇ ਜੇ ਇਕਾਂਤ ਬਰਾਜੇ ਹੋਏ ਸੀ, ਬੜੀ ਚਿੰਤਾ ਦੇ ਸਹਿਤ ਮਾਤਾ ਤ੍ਰਿਪਤਾ ਗੁਰੂ ਨਾਨਕ ਦੇਵ ਸਾਹਿਬ ਦੇ ਪਾਸ ਗਏ। ਗੁਰੂ ਨਾਨਕ ਦੇਵ ਮਹਾਰਾਜ ਦੀ ਮਸਤਾਨੀ ਦੀਵਾਨੀ ਹਾਲਤ ਵੇਖ ਕੇ ਮਾਂ ਤ੍ਰਿਪਤਾ ਬੜੀ ਹੈਰਾਨ ਹੋਈ, ਬਹੁਤ ਹੀ ਅਚਰਜ ਹੋਈ ਵੀ ਮੇਰੇ ਪੁੱਤਰ ਗੁਰੂ ਨਾਨਕ ਨੇ ਕੀ ਹਾਲ ਆਪਣਾ ਕੀਤਾ ਹੈ। ਬੜੇ ਪ੍ਰੀਤ ਦੇ, ਬੜੇ ਪਿਆਰ ਦੇ ਆ ਕਰਕੇ ਆਪਣੇ ਪੁੱਤਰ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਬੋਲੇ। ਸ਼੍ਰੀ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਹੇ ਮੇਰੇ ਪੁੱਤਰ ਗੁਰੂ ਨਾਨਕ ਦੇਵ ਜੀ, ਮੈਂ ਮਾਂ ਦਾ ਬਚਨ ਧਿਆਨ ਦੇ ਕੇ ਸੁਣੋ ਤੇ ਸੁਣ ਕੇ ਉੱਤੇ ਧਿਆਨ ਦੇ ਨਾਲ ਵਿਚਾਰ ਕਰੋ। ਮੇਰੀ ਇਹ ਚਾਹਨਾ ਹੈ ਵੀ ਤੁਸੀਂ ਏਦਾਂ ਪਏ ਰਹਿੰਦੇ ਜੇ ਕੋਈ ਕੰਮ ਨਹੀਂ ਕਰਦੇ,
ਆਪਣਾ ਕਾਰਜ ਕਰੋ ਨਿਸ਼ਚੈ ਕਰਕੇ ਆਣ ਦਿਲ ਦੇ ਚੰਗੀ ਭਾਵਨਾ ਰੱਖ ਕੇ ਆਪਣੇ ਘਰ ਦੇ ਕੰਮ ਕਾਜ ਕਰਿਆ ਕਰੋ ਸੋਚ ਸਮਝ ਕੇ। ਤੁਝ ਕਿਉ ਬਨੈ ਫਕੀਰਨ ਸੰਗਾ, ਤੁਹਾਨੂੰ ਆ ਫਕੀਰਾਂ ਦੇ ਨਾਲ ਆ ਜਿਹੜੇ ਵਿਹਲੇ ਸਾਧ ਤੁਰੇ ਫਿਰਦੇ ਆ ਇਹਨਾਂ ਦੇ ਕੋਲ ਆ ਕੇ ਬੈਠੇ ਰਹਿੰਦੇ ਹੋ, ਤੁਹਾਨੂੰ ਇਹਨਾਂ ਦੇ ਨਾਲ ਨਹੀਂ ਬਹਿਣਾ ਚੰਗਾ ਲੱਗਦਾ। ਕਾਜ ਕਰੀਏ ਸਭ ਮੰਗਾ, ਆ ਤੁਸੀਂ ਇਹਨਾਂ ਸਾਧਾਂ ਦੇ ਨਾਲ ਮਿਲ ਕੇ ਬਹਿ ਕੇ ਕੀ ਕਰਨਾ ਹੈ ਵੀ ਇਹਦੇ ਵਿਹਲੜ ਹੈ ਕਦੀ ਇੱਕ ਪਿੰਡ ਕਦੀ ਦੂਜੇ ਪਿੰਡ। ਤੁਸੀਂ ਆਪਣੇ ਘਰ ਗ੍ਰਸਤੀ ਦੇ ਜਿੰਨੇ ਵੀ ਕੰਮ ਹੈ ਉਹ ਕਰਿਆ ਕਰੋ, ਉਹ ਮੰਗ ਦੇ ਸਹਿਤ ਉਤਸ਼ਾਹ ਦੇ ਸਹਿਤ ਆਪਣੇ ਘਰ ਦੀ ਜ਼ਿੰਮੇਵਾਰੀ ਸੰਭੋ। ਕੀ ਕਰਨ ਕੀ ਜੇ ਨਾ ਪ੍ਰੀਤੀ, ਸ਼੍ਰੀ ਮਾਤਾ ਜੀ ਕਹਿਣ ਲੱਗੇ ਇਹ ਪੁੱਤਰ ਨਾਨਕ ਜੀ ਜੇ ਖੇਤੀ ਕਰਨ ਦੀ ਤੁਹਾਡੀ ਪ੍ਰੀਤੀ ਨਹੀਂ ਹੈ ਨਾ, ਜੇ ਤੁਹਾਡੇ ਮਨ ਦੇ ਵਿੱਚ ਵਾਹੀ ਖੇਤੀ ਕਰਨ ਦਾ ਖਿਆਲ ਨਹੀਂ ਆਉਂਦਾ ਜੋ ਬਨਦੇ ਸਿੱਖੋ ਅਸਰੀਤੀ, ਤੇ ਫਿਰ ਵਪਾਰ ਕਰ ਲਓ, ਬਿਜ਼ਨਸਮੈਨ ਬਣ ਜਾਓ ਵੀ ਸੌਦਾ ਖਰੀਦ ਕੇ ਲੈ ਆਇਆ ਕਰੋ ਤੇ ਕਿਤੇ ਦੂਜੇ ਥਾਂ ਜਾ ਕੇ ਤੇ ਵੇਚ ਆਇਆ ਕਰੋ। ਇਹ ਢੰਗ ਤਰੀਕਾ ਹੀ ਸਿੱਖ ਲਓ ਵਪਾਰ ਕਰਨ ਦਾ, ਵਪਾਰੀ ਬਣ ਜਾਵੋ। ਕਾਰ ਕੋ ਹੋਏ ਸਚੇਤਾ, ਤੇ ਇਹ ਜਿਹੜਾ ਕੰਮ ਹੈ ਨਾ ਥੋੜਾ ਇੰਨਾ ਵੀ ਰੱਖਣਾ ਧਿਆਨ ਪੈਂਦਾ ਇਹਦੇ ਵਿੱਚ ਵੀ ਕਿੰਨੇ ਖਰਚੇ ਸੀ ਕਿੰਨੇ ਵੱਟੇ ਐ ਤੇ ਉਹਦੇ ਵਿੱਚੋਂ ਮੁਨਾਫਾ ਵਟਕ ਕਿੰਨੀ ਹੋਈ ਤੇ ਮੁਨਾਫਾ ਕਿੰਨਾ ਆਇਆ। ਮਾਤਾ ਜੀ ਕਹਿੰਦੇ ਆ ਪੁੱਤਰ ਗੁਰੂ ਨਾਨਕ ਦੇਵ ਜੀ ਵਪਾਰ ਕਰ ਲਿਆ ਕਰੋ, ਥੋੜਾ ਧਿਆਨ ਰੱਖੋ, ਸਾਵਧਾਨ ਹੋ ਕੇ ਇਹ ਕੰਮ ਚਲਾ ਲਵੋ। ਸੰਭਾਲ ਆਪਣਾ ਨੇ ਕੀਤਾ, ਹਾਂ ਹੁਣ ਤੁਸੀਂ ਵੱਡੇ ਹੋ ਗਏ ਹੋ, ਅਸੀਂ ਬੁੱਢੇ ਹੋ ਗਏ ਆ, ਤੁਹਾਡੇ ਮਾਤਾ ਪਿਤਾ ਕਿੰਨੀਆਂ ਕੁ ਜ਼ਿੰਮੇਵਾਰੀਆਂ ਨਿਭਾਈਏ, ਆਪਣੇ ਘਰ ਦੀ ਜ਼ਿੰਮੇਵਾਰੀ ਹੁਣ ਤੁਸੀਂ ਆਪ ਚੁੱਕੋ, ਸਾਰਾ ਖਰਚਾ ਆਪਣੇ ਸਿਰ ਲਵੋ। ਕਰੀ ਉਪਾਏ ਜਬ ਦਰਬੇ ਬਾਵਾ, ਕਿਉਂਕਿ ਜਦੋਂ ਤੁਸੀਂ ਏਦਾਂ ਕੋਈ ਯਤਨ ਕਰਕੇ ਤੇ ਮਾਇਆ ਉਹ ਪੈਦਾ ਕਰੋਗੇ ਨਾ, ਜਦੋਂ ਮਾਇਆ ਉਪਜਾਵੋਗੇ ਮਨ ਵਿੱਚ ਸੰਚੋ ਨਿਜ ਕਰ ਲਿਆਵੋ, ਤੇ ਮੁਨਾਫਾ ਚੰਗੀ ਤਰ੍ਹਾਂ ਇਕੱਠਾ ਕਰਕੇ ਆਪਣੇ ਘਰ ਲਿਆ ਕੇ ਜਮਾ ਕਰੋਗੇ। ਕੰਮ ਕਾਜ ਕਰਦੇ ਆ, ਵਪਾਰ ਕਰਦੇ ਆ, ਜਦੋਂ ਬਹੁਤੇ ਪੈਸੇ ਜੁੜ ਜਾਣਗੇ। ਉਹ ਖਤਰੀ ਕੰਮ ਕਰੇ ਨਿਹਾਰੋ, ਕਹਿੰਦੇ ਏਦਾਂ ਕੋਈ ਖੱਤਰੀ ਜਿਹੜਾ ਹੈ ਨਾ ਕਿਸੇ ਲੜਕੀ ਦਾ ਪਿਤਾ ਤੁਹਾਨੂੰ ਏਦਾਂ ਕੰਮ ਕਾਰ ਕਰਦਿਆਂ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਜਦ ਵੇਖੇਗਾ ਕਮਾਓ ਸਹਿ ਪਰਿਵਾਰੋ, ਆਓ ਜਾਣੂਗਾ ਵੀ ਵੇਖੋ ਵੀ ਇਹ ਸਾਰਾ ਪਰਿਵਾਰ ਹੀ ਕਮਾਊ ਹੈ, ਪਿਤਾ ਵੀ ਕੰਮ ਕਰਦਾ ਹੈ, ਮਾਂ ਵੀ ਸਾਰਾ ਘਰ ਸੰਭਾਲਦੇ ਤੇ ਉਹਨਾਂ ਦਾ ਪੁੱਤਰ ਇਹ ਗੁਰੂ ਨਾਨਕ ਸਾਹਿਬ ਇਹ ਵੀ ਬੜੇ ਕੰਮਕਾਰ ਕਰਨ ਵਾਲੇ ਕਾਮੇ ਨੇ। ਜਦੋਂ ਕੋਈ ਏਦਾਂ ਜਾਣੇਗਾ ਇਹ ਪੁੱਤਰ ਫੇਰ ਕੋਈ ਉਹ ਜਿਹੜਾ ਸਿਆਣਾ ਹੈ ਨਾ ਤੈਨੂੰ ਕੰਮ ਕਰਦਿਆਂ ਵੇਖ ਕੇ ਆਪਣੀ ਧੀ ਦਾ ਰਿਸ਼ਤਾ ਦੇ ਕੇ ਤੇਰੇ ਨਾਲ ਵਿਆਹ ਕਰ ਦਵੇਗਾ। ਇਹ ਆਮ ਹੀ ਜਿੱਦਾਂ ਮਾਤਾ ਪਿਤਾ ਕਹਿੰਦੇ ਆ ਨਾ ਵੀ ਪੁੱਤ ਕੰਮ ਕਰਿਆ ਕਰ, ਤੈਨੂੰ ਧੀ ਕੌਣ ਦੇਗਾ ਜੇ ਕੰਮ ਨਹੀਂ ਕਰੇਗਾ। ਇਸੇ ਤਰ੍ਹਾਂ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਸਾਹਿਬ ਨੂੰ ਮੋਹ ਮਮਤਾ ਜਾ ਕੇ ਸਮਝਾ ਰਹੇ ਹੈ। ਕਹਿਣ ਲੱਗੇ ਪੁੱਤਰ ਕੋਈ ਕੰਮ ਕਰ, ਤੈਨੂੰ ਕੰਮ ਕਰਦਾ ਵੇਖ ਕੇ ਕੋਈ ਰਿਸ਼ਤਾ ਕਰੋ ਫੇਰ ਹੀ ਕੋਈ ਧੀ ਦਵੇਗਾ। ਹੋਏ ਸਭ ਲੋਕਨ ਮਾਹੇ, ਤੇ ਜੇ ਤੂੰ ਕੰਮ ਕਾਰ ਕਰੇਗਾ ਤੇਰਾ ਵਿਆਹ ਹੋ ਜਾਏਗਾ, ਤੇਰਾ ਵੀ ਜਸ ਹੋਏਗਾ ਵੀ ਵੇਖੋ ਵੀ ਕੰਮ ਚੰਗਾ ਕਰਦਾ ਸੀ, ਵੀ ਚੰਗੇ ਪਰਿਵਾਰ 'ਚ ਵਿਆਹਿਆ ਗਿਆ, ਸਾਡੀ ਵੀ ਲੋਕ ਵਡਿਆਈ ਕਰਨਗੇ ਵੀ ਇਹਨਾਂ ਦਾ ਪੁੱਤਰ ਗੁਰੂ ਨਾਨਕ ਬੜਾ ਹੀ ਲਾਇਕ ਹੈ। ਕਾਜਣ ਤੇ ਲਗੇ ਉਦਾਸੋ, ਤੇ ਹੁਣ ਤਾਂ ਤੁਸੀਂ ਸਾਰੇ ਕੰਮਾਂ ਤੋਂ ਉਦਾਸ ਹੋ, ਵੇਖੋ ਕੋਈ ਕੰਮ ਨਹੀਂ ਕਰਦੇ, ਜਿਹੜੇ ਪਾਸੇ ਵੀ ਜਾਂਦੇ ਉਧਰੋਂ ਉਦਾਸੀ ਰੱਖਦੇ ਹੋ। ਆ ਸਾਨੂੰ ਚੰਗਾ ਨਹੀਂ ਲੱਗਦਾ। ਮਾਤਾ ਤ੍ਰਿਪਤਾ ਜੀ ਕਹਿੰਦੇ ਪੁੱਤ ਤੁਸੀਂ ਹੁਣ ਕੋਈ ਕੰਮ ਤੇ ਧਿਆਨ ਨਹੀਂ ਨਾ ਦਿੰਦੇ, ਤੇ ਜਿਹੜੇ ਆਂਢ ਗੁਆਂਢ ਦੇ ਲੋਕ ਹੈ ਜਾਂ ਹੋਰ ਪਿੰਡ ਦੇ ਉਹ ਮਿਲ ਕੇ ਇੱਕ ਥਾਂ ਬਹਿ ਕੇ ਤੇ ਤੁਹਾਡਾ ਨਾਂ ਲੈ ਕੇ ਟਿਚਰਾ ਕਰਦੇ ਆ, ਹਾਸੀ ਕਰਦੇ ਆ ਸਾਡੇ ਉੱਤੇ। ਆ ਕਹਿੰਦੇ ਆ ਵੀ ਵੇਖੋ ਵੀ ਮਹਿਤੇ ਕਾਲੂ ਤੇ ਤ੍ਰਿਪਤਾ ਦਾ ਜਿਹੜਾ ਪੁੱਤਰ ਹੈ ਨਾ ਗੁਰੂ ਨਾਨਕ ਬਿਲਕੁਲ ਨਲਾਇਕ ਹੀ ਹੈ, ਕਿਸੇ ਕੰਮ ਦੇ ਲਾਇਕ ਨਹੀਂ ਹੈ। ਉਹਨੂੰ ਦੇ ਕੋਈ ਕੰਮ ਕਰਨ ਦੀ ਸਮਝ ਹੀ ਨਹੀਂ ਹੈ, ਪਤਾ ਹੀ ਨਹੀਂ ਦੁਨੀਆਦਾਰੀ ਦਾ ਵੀ ਕਿਵੇਂ ਕੰਮ ਕਰੀਦੇ ਤੇ ਕਿਵੇਂ ਨੇਪਰੇ ਚਾੜੀਦੇ ਹਨ। ਇਹ ਪੁੱਤਰ ਇਹ ਲੋਕ ਨਾਲੇ ਮਖੌਲ ਕਰਦੇ ਆ ਤੇ ਨਾਲੇ ਤੈਨੂੰ ਦਲਿਦਰੀ ਸਮਝਦੇ ਆ। ਕਹਿੰਦੇ ਵੀ ਕਾਲੂ ਦਾ ਪੁੱਤਰ ਤੇ ਦਰਿਦਰੀ ਹੈ, ਉਹਨੂੰ ਤੇ ਮਾਤੀ ਹੈਣੀ ਹੈ, ਜਿਵੇਂ ਭੋਲਾ ਜਿਹਾ ਨਹੀਂ ਕੋਈ ਸਿੱਧਾ ਜਿਹਾ ਜਿਹਨੂੰ ਕਹਿ ਦਿੰਦੇ ਲੋਕ ਟਿਚਰਾ ਕਰਕੇ ਕਹਿੰਦੇ ਆ ਵੀ ਇਹਨਾਂ ਦਾ ਪੁੱਤ ਤੇ ਸਿੱਧਾ ਜਿਹਾ ਹੀ ਹੈ।
ਬਲ ਤੇ ਸ਼ੀਨਾ। ਤੇ ਕੋਈ ਪੁੱਤਰ ਇਹ ਵੀ ਕਹਿੰਦਾ ਹੈ ਵੀ ਇਹਨਾਂ ਦਾ ਪੁੱਤਰ ਤੇ ਬਲ ਤੋਂ ਹੀਣ ਹੈ, ਇਹਦੇ ਸਰੀਰ ਦੇ ਵਿੱਚ ਸੱਤਿਆ ਹੀ ਨਹੀਂ ਹੈਗੇ। ਬਚਨ ਸਮਾਨ ਬਚਨ ਉਪਹਾਸੋ। ਤੇ ਪੁੱਤਰ ਜਦੋਂ ਇਹ ਸ਼ਰੀਕ ਜਾਂ ਆਂਢ ਗੁਆਂਢ ਜਾਂ ਪਿੰਡ ਦੇ ਲੋਕ ਬਹਿ ਕੇ ਹਾਸਾ ਕਰਦੇ ਨੇ, ਉਹਨਾਂ ਦਾ ਤੇ ਮਖੌਲ ਆ, ਉਹ ਤਾਂ ਤੇਰਾ ਨਾਂ ਲੈ ਕੇ ਟਿਚਰਾ ਕਰਦੇ, ਪਰ ਸਾਨੂੰ ਤੇ ਇਦਾਂ ਇਹ ਦੁਖੀ ਕਰਦੇ ਨੇ ਜਿਵੇਂ ਬਿਜਲੀ ਡਿੱਗ ਪੈਂਦੀ ਆ ਨਾ ਕਿਸੇ ਤੇ ਬਿਜਲੀ ਡਿੱਗੇ ਤੇ ਉਹਦੀ ਹਾਲਤ ਉਹੀ ਜਾਣਦਾ। ਐਵੇਂ ਪੁੱਤ ਜਦੋਂ ਤੈਨੂੰ ਲੋਕ ਮਖੌਲ ਕਰਦੇ ਆ ਤੇ ਬਿਜਲੀ ਡਿੱਗਣ ਦੇ ਵਾਂਗ ਸਾਨੂੰ ਦੁੱਖ ਹੁੰਦਾ ਹੈ। ਆ ਜਿਹੜੇ ਕੋਈ ਆਂਢ ਗੁਆਂਢ ਦੇ ਲੋਕ ਜਿਨ੍ਹਾਂ ਦੇ ਅੰਦਰ ਈਰਖਾ ਹੈ, ਬਹੁਤ ਹੀ ਹਾਸੇ ਮਖੌਲ ਟਿਚਰਾ ਕਰਦੇ ਆ ਵੀ ਇਹਨਾਂ ਦਾ ਜਿਹੜਾ ਪੁੱਤਰ ਹੈ ਨਾਨਕ, ਉਹਨੂੰ ਤੇ ਕੋਈ ਸਮਝ ਹੀ ਨਹੀਂ ਹੈ ਭਾਈ। ਤੇ ਦੱਸ ਮੈਂ ਮਾਂ ਦੇ ਕੋਲ ਇਹ ਬਚਨ ਕਿੱਦਾਂ ਜਰੇ ਜਾਣ ਵੀ ਕੋਈ ਮੇਰੇ ਪੁੱਤਰ ਨੂੰ ਮਖੌਲ ਕਰੇ, ਸਾਡੇ ਕੋਲ ਇਹ ਗੱਲ ਨਹੀਂ ਸਹਾਰੀ ਜਾਂਦੇ। ਆਏ ਤਾਂ ਏਦਾਂ ਦੁਖੀ ਹੁੰਦੇ ਅਸੀਂ ਇਹਨਾਂ ਦੀਆਂ ਗੱਲਾਂ ਸੁਣ ਕੇ ਵੀ ਜਿਵੇਂ ਕੋਈ ਕੇਲਿਆਂ ਦਾ ਦਰਖਤ ਹੋਵੇ, ਕੇਲਿਆਂ ਦਾ ਬੂਟਾ ਤੇ ਉਹਦੇ ਲਾਗੇ ਜਿਵੇਂ ਕਿੱਕਰ ਹੁੰਦੀ ਆ ਨਾ, ਉਹ ਜਦੋਂ ਵੀ ਹਵਾ ਆਉਂਦੀ ਹੈ ਕੇਲਿਆਂ ਦੇ ਕੋਮਲ ਪੱਤੇ, ਉਹ ਕਿੱਕਰ ਦੇ ਕੰਡੇ ਜਿਹੜੇ ਆ ਬੇਰੀ ਦੇ ਕੰਡੇ, ਕਹਿੰਦੇ ਜਿਵੇਂ ਬੇਰੀ ਦੇ ਕੰਡੇ ਆ ਨਾ, ਉਹ ਕੇਲਿਆਂ ਦੇ ਦਰਖਤ ਨੂੰ ਹਵਾ ਆਉਣ ਦੇ ਨਾਲ ਚੀਰਦੇ ਹਨ, ਪਾੜਦੇ ਹਨ। ਉਹ ਝੂਲੇ ਉਹ ਚੀਰੀ ਹੈ, ਕਹਿੰਦੇ ਵੀ ਉਹਦੇ ਹਵਾ ਵਿੱਚ ਝੂਲਦੀ ਆ ਬੇਰੀ, ਪਰ ਕੇਲਿਆਂ ਦੇ ਪੱਤੇ ਜਿਹੜੇ ਆ ਉਹ ਕੰਡਿਆਂ ਦੇ ਨਾਲ ਲੜ ਕੇ ਚੀਰੇ ਜਾਂਦੇ ਆ। ਇਦਾਂ ਹੀ ਪੁੱਤ ਸਾਡੀ ਹਾਲਤ ਹੈ। ਲੋਕ ਤਾਂ ਬੇਰੀ ਦੇ ਵਾਂਗ ਮਖੌਲ ਕਰਦੇ ਆ, ਖੁਸ਼ ਹੁੰਦੇ ਆ ਤੇਰੇ ਤੇ ਟਿਚਰਾ ਕਰਕੇ, ਪਰ ਅਸੀਂ ਕੇਲਿਆਂ ਦੇ ਪੱਤਿਆਂ ਦੇ ਵਾਂਗ ਅੰਦਰੋਂ ਛਲਣੀ ਹੋ ਜਾਂਦੇ, ਦੁਖੀ ਹੁੰਦੇ ਹਾਂ। ਤੇ ਮੇਰਾ ਪੁੱਤ ਮੇਰੀ ਗੱਲ ਮਾਂ ਦੀ ਮੰਨ ਕੇ ਤੇ ਆ ਜਿਹੜੇ ਸਾਧਾਂ ਦੇ ਵਿਹਲੜਾਂ ਦੇ ਲਾਗੇ ਆ ਕੇ ਬੈਠਾ ਰਹਿਣਾ, ਇਹਨਾਂ ਦੀ ਸੰਗਤ ਕਰਨੀ ਛੱਡ ਦੇ। ਆ ਜਿਹੜੇ ਕੋਈ ਸਿਆਣੇ ਹੁੰਦੇ ਆ ਨਾ, ਜਿਨ੍ਹਾਂ ਨੂੰ ਪੈਸੇ ਕਮਾਉਣ ਦਾ, ਮਾਇਆ ਕਮਾਉਣ ਦਾ ਢੰਗ ਤਰੀਕਾ ਏ, ਕੋਈ ਕੰਮ ਕਰਨ ਦੀ ਜੁਗਤੀ, ਇਹੋ ਜਿਹੇ ਸਿਆਣੇ ਸਮਝਦਾਰ ਲੋਕਾਂ ਦੀ ਸੰਗਤ ਦੇ ਵਿੱਚ ਵਿਆਹ ਕਰੋ। ਸ਼੍ਰੀ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਸਾਹਿਬ ਨੂੰ ਕਹਿੰਦੇ ਆ ਵੀ ਜਿਵੇਂ ਸਾਰੇ ਲੋਕ ਆਪੋ ਆਪਣਾ ਕੰਮ ਕਰਦੇ ਆ, ਆਪੋ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ, ਇਸੇ ਤਰ੍ਹਾਂ ਇਹ ਪੁੱਤਰ ਤੂੰ ਲੋਕ ਲਾਜ ਸਮਝ ਕੇ ਜਾਂ ਆਪਣੇ ਪੁੱਤਰ ਦੀ, ਆਪਣੇ ਪਿਤਾ ਦੀ ਹੋਈ ਲੱਜਾ ਜਿਹੜੀ ਆ ਨਾ, ਸ਼ਰਮ ਕਰਕੇ ਵੀ ਲੋਕ ਉਹਨਾਂ ਨੂੰ ਕੀ ਕਹਿਣਗੇ, ਮੈਨੂੰ ਕੀ ਕਹਿਣਗੇ, ਤੁਸੀਂ ਵੀ ਕੰਮ ਦੇ ਵਿੱਚ ਆਪਣਾ ਚਿੱਤ ਦਿਓ ਤੇ ਧਿਆਨ ਦੇ ਨਾਲ ਆਪਣਾ ਕੰਮ ਕਾਜ ਕਰੋ। ਕੋਈ ਮਾਤਾ ਤ੍ਰਿਪਤਾ ਜੀ ਨੇ ਜਿੰਨੇ ਭਜਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹੇ ਨਾ, ਮਹਾਰਾਜ ਨੇ ਸਾਰੇ ਹੀ ਬੜਾ ਧਿਆਨ ਦੇ ਕੇ ਸੁਣੇ। ਕੋਈ ਵੀ ਮਾਂ ਦੀ ਗੱਲ ਮਹਾਰਾਜ ਦੇ ਚਿੱਤ ਨੂੰ ਚੰਗੀ ਨਹੀਂ ਲੱਗੀ, ਕਿਉਂਕਿ ਮਾਤਾ ਜੀ ਨੇ ਜਿੰਨੀਆਂ ਗੱਲਾਂ ਕਹੀਆਂ ਉਹ ਵੀ ਸਾਰੀਆਂ ਮਾਇਆ ਤੇ ਪੈਸੇ ਵਾਲੀਆਂ ਕੀਤੀਆਂ, ਮਹਾਰਾਜ ਨੂੰ ਇਹ ਗੱਲਾਂ ਨਹੀਂ ਪਾਈਆਂ। ਫੇਰ ਮਹਾਰਾਜ ਸਾਹਿਬ ਬਚਨ ਸਾਰੇ ਸੁਣ ਸੁਣਾ ਕੇ ਤੇ ਚਾਦਰਾ ਆਪਣੇ ਚਿਹਰੇ ਤੇ ਲੈ ਕੇ ਬਿਰਾਜਮਾਨ ਹੋ ਗਏ। ਮਹਾਰਾਜ ਸਾਹਿਬ ਚੁੱਪ ਹੀ ਹੋ ਗਏ, ਆਪਣੇ ਆਨੰਦ ਦੇ ਵਿੱਚ ਮਗਨ ਹੈ, ਸਮਾਧੀ ਅੰਦਰੋਂ ਜੁੜੀ ਹੋਈ ਹੈ ਆਪਣੇ ਨਿਜ ਸਰੂਪ ਦੇ ਨਾਲ, ਤੇ ਕੋਈ ਜਵਾਬ ਮਾਂ ਨੂੰ ਦਿੱਤਾ ਹੀ ਨਾ। ਆਏ 11 ਤਰ੍ਹਾਂ ਦੀ ਭਗਤੀ ਗਈ ਹੈ ਗ੍ਰੰਥਾਂ ਦੇ ਵਿੱਚ। 10ਵੀਂ ਭਗਤੀ ਹੈ ਪ੍ਰੇਮਾ ਭਗਤੀ, ਤੇ 11ਵੀਂ ਭਗਤੀ ਹੈ ਪਰਾ ਭਗਤ। ਇਹ ਭਗਤ ਲੋਕ ਭਗਤੀ ਕਰਦਿਆਂ ਜਦੋਂ ਪਰਾ ਭਗਤੀ ਦੀ ਅਵਸਥਾ ਵਿੱਚ ਪਹੁੰਚਦੇ ਆ, ਇਹ ਉਹ ਅਵਸਥਾ ਹੈ ਜਿੱਥੇ ਕੋਈ ਪਦਾਰਥਾਂ ਦਾ ਫੁਰਨਾ ਹੀ ਨਹੀਂ ਉੱਠਦਾ, ਸੰਸਾਰ ਦੀ ਕਿਸੇ ਤਰ੍ਹਾਂ ਦੀ ਖਾਸ ਦੀ ਇੱਛਾ ਹੀ ਨਹੀਂ ਰਹਿੰਦੀ। ਜਿਵੇਂ ਕਹਿੰਦੇ ਪਰਾ ਭਗਤੀ ਦੇ ਵਿੱਚ ਪਹੁੰਚੇ ਹੋਏ ਭਗਤਾਂ ਦੀ ਦਸ਼ਾ ਹੁੰਦੀ ਹੈ। ਸੁੱਖਾਂ ਦੇ ਘਰ, ਸੁੱਖਾਂ ਦੀ ਰਾਸ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਉਦਾਂ ਦੀ ਆਪਣੀ ਅਵਸਥਾ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਨੂੰ ਸੰਸਾਰ ਦੀ ਕੋਈ ਖਾਸ ਹੀ ਨਹੀਂ ਹੈ, ਸੰਸਾਰ ਵਾਲੇ ਪਾਸੇ ਦਾ ਕੋਈ ਫੁਰਨਾ ਹੀ ਨਹੀਂ ਉੱਠਦਾ। ਰਾਤ ਹੋਵੇ ਦਿਨ ਹੋਵੇ, ਇਕਾਂਤ ਦੇ ਵਿੱਚ ਮਹਾਰਾਜ ਸਾਹਿਬ ਜੀ ਵਿਰਾਜਮਾਨ ਨੇ। ਵੇਖਣ ਵਾਲੇ ਨੂੰ ਇਦਾਂ ਲੱਗਦਾ ਹੈ ਵੀ ਸੁੱਤੇ ਹੈ, ਪਰ ਅਸਲ ਦੇ ਆਪਣੇ ਸਰੂਪ ਵਿੱਚ ਧਿਆਨ ਲਾ ਕੇ ਮਗਨ ਹਨ।
ਜਿਤ ਬਾਹਰ ਇੱਧਰ ਉੱਧਰ ਫਿਰਦੇ ਨਹੀਂ ਹੈ ਤੇ ਨਾ ਹੀ ਕਹਿੰਦੇ ਵੀ ਕਿਸੇ ਦੇ ਨਾਲ ਕੋਈ ਭਜਨ ਕਰਦੇ ਆ ਤੇ ਨਾ ਹੀ ਸੁਚੇਤ ਹੋ ਕੇ ਬੈਠਦੇ ਹਨ। ਮਤ ਨਿਮਗਨ ਆਨੰਦ ਆ ਮਸਤਾਨੀ ਦੀਵਾਨੀ ਅਵਸਥਾ ਹੋ ਗਈ ਹੈ ਤੇ ਆਨੰਦ ਦੇ ਵਿੱਚ ਨਿਜ ਸਰੂਪ ਦੇ ਵਿੱਚ ਬਿਲਕੁਲ ਮਗਨ ਰਹਿੰਦੇ ਹਨ। ਰੋਧ ਲਗੇ ਨਾਲ ਤਨ ਸੁਖ ਕੰਦਾ ਤੇ ਜਿਹੜੇ ਲੋਕ ਹੈ ਨਾ ਤਲਵੰਡੀ ਦੇ, ਜਦੋਂ ਉਹ ਗੁਰੂ ਨਾਨਕ ਦੇਵ ਸਾਹਿਬ ਨੂੰ ਵੇਖਦੇ ਆ, ਉਹਦੇ ਬਾਹਰੋਂ ਵੇਖਦੇ ਆ, ਹੁਣ ਅੰਦਰ ਤੱਕ ਬਿਰਤੀ ਕੀ ਹੈ ਅਵਸਥਾ ਮਹਾਰਾਜ ਦੀ ਕੋਈ ਜਾਣ ਸਕੇ। ਉਹ ਜਾਣਦੇ ਹੈ ਵੀ ਕਲਿਆਣ ਚੰਦ ਦਾ ਪੁੱਤਰ ਜੋ ਇਹ ਗੁਰੂ ਨਾਨਕ ਦੇਵ ਸਾਹਿਬ ਹੈ ਨਾ, ਇਹਦੇ ਸਰੀਰ ਨੂੰ ਕੋਈ ਨਾ ਕੋਈ ਰੋਗ ਲੱਗ ਗਿਆ। ਸੁਖ ਦਾਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਕੋਈ ਰੋਗ ਕੋਈ ਦੁੱਖ ਲੱਗਿਆ, ਸਮਝਦੇ ਆ ਵੀ ਇਹ ਬਿਮਾਰ ਹੋ ਗਿਆ ਏ। ਮਾਨ ਪਾਣ ਰੁਸੋਂ ਕਰੇ ਇਹੀ ਕਾਰਨ ਹੈ ਵੀ ਵੇਖੋ ਵੀ ਨਾ ਤੇ ਰੁਚੀ ਦੇ ਨਾਲ ਕੁਝ ਖਾਂਦੇ ਆ ਨਾ ਕੁਝ ਪੀਂਦੇ ਆ, ਖਾਣ ਪੀਣ ਦੇ ਵਿੱਚ ਵੀ ਕੋਈ ਖਾਸ ਨਹੀਂ ਹੈ। ਮਾਨ ਬੈਠਮੁਖ ਦੂਸ਼ਣ ਧਰੇ ਆਪਣੀ ਬਿਰਤੀ ਬਿਲਕੁਲ ਐਨ ਸ਼ਾਂਤ ਕੀਤੀ ਹੈ, ਕੋਈ ਬਿਰਤੀ ਕੋਈ ਖਿਆਲ ਕੋਈ ਫੁਰਨਾ ਵੀ ਨਹੀਂ ਕਰਦੇ ਤੇ ਮੁਖੋਂ ਵੀ ਸਦਾ ਚੁੱਪ ਹੀ ਰਹਿੰਦੇ ਹਨ। ਲੱਗਦਾ ਹੈ ਕੋਈ ਤਗੜਾ ਹੀ ਰੋਗ ਕਹਿੰਦੇ ਬਿਮਾਰੀ ਲੱਗ ਗਈ ਹੈ। ਮਾਤ ਆਨ ਕੋ ਕਰ ਕਰ ਹਿਤੋ ਮਾਤਾ ਆਉਂਦੀ ਹੈ ਤੇ ਆ ਕੇ ਬੜਾ ਹੀ ਹਿੱਤ ਕਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਨਾਲ ਅਸਨ ਖਵਾਵੇ ਮਤਲ ਸਮੇਤੋ ਆ ਮਠਿਆਈ ਦੇ ਸਮੇਤ ਆਪਣੇ ਪੁੱਤਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਭੋਜਨ ਛਕਾਉਂਦੇ, ਕਹਿ ਕਹਿ ਕੇ ਉੱਠ ਮੇਰਾ ਪੁੱਤ ਕੁਝ ਖਾਂਦਾ ਵੀ ਨਹੀਂ, ਵੀ ਕੰਮ ਨਹੀਂ ਕਰਨਾ ਤੇ ਠੀਕ ਹੈ ਪਰ ਕੁਝ ਖਾ ਤਾਂ ਲੈ। ਰੁਚੀ ਦੇ ਨਾਲ ਮਠਿਆਈਆਂ ਲੈ ਕੇ ਆਉਂਦੇ ਆ, ਕੁਝ ਹੋਰ ਪਕਵਾਨ ਲਿਆ ਕੇ ਬੜੇ ਪਿਆਰ ਨਾਲ ਛਕਾਉਂਦੇ ਨੇ। हे ਪੁੱਤਰ ਗੁਰੂ ਨਾਨਕ ਵੇਖ ਤੇਰੇ ਸਰੀਰ ਦੀ ਕੀ ਹਾਲਤ ਹੈ, ਵੀ ਸਰੀਰ ਵੀ ਸਾਰਾ ਜਿਹੜਾ ਲਿੱਸਾ ਜਿਹਾ ਕਮਜ਼ੋਰ ਜਿਹਾ ਹੋ ਗਿਆ ਏ। ਇਹ ਪੁੱਤਰ ਜੇ ਕੋਈ ਤੈਨੂੰ ਰੋਗ ਹੈ ਕੋਈ ਤੇਰੇ ਅੰਦਰ ਦਾ ਦੁੱਖ ਹੈ ਤੇ ਮੈਂ ਮਾਂ ਨੂੰ ਤੂੰ ਕਿਉਂ ਨਹੀਂ ਦੱਸਦਾ, ਮੈਨੂੰ ਦੱਸ ਵੀ ਕੀ ਗੱਲ ਹੈ ਸਾਰੇ। ਕਿਉਂਕਿ ਆਨਨ ਪੀਤ ਚਿਹਰੇ ਦਾ ਰੰਗ ਤੁਹਾਡਾ ਪੀਲਾ ਜਿਹਾ ਪੈ ਗਿਆ ਹੈ ਤੇ ਅੰਗ ਤੁਹਾਡੇ ਜਿਹੜੇ ਹੈ ਇਹ ਅਚੰਚਲ ਹੀ ਰਹਿੰਦੇ ਆ, ਕਦੀ ਹੱਥ ਪੈਰ ਜਿਹੜੇ ਇਹਨਾਂ ਨੂੰ ਵੀ ਤੁਸੀਂ ਚੰਚਲ ਨਹੀਂ ਕਰਦੇ, ਸੱਜੇ ਖੱਬੇ ਵੀ ਤੱਕਦੇ ਨਹੀਂ ਤੇ ਨਾ ਹੀ ਕਹਿੰਦੇ ਉਤਸ਼ਾਹ ਦੇ ਨਾਲ ਕਿਸੇ ਦੇ ਨਾਲ ਹੱਸ ਕੇ ਬੋਲਦੇ ਹੋ, ਮਸਤ ਰਹਿੰਦੇ ਹੋ ਸਦਾ। ਸ਼੍ਰੀ ਮਾਤਾ ਤ੍ਰਿਪਤਾ ਜੀ ਕਹਿੰਦੇ ਵੀ ਚਲੋ ਹੋਰ ਜੇ ਸਾਡੇ ਨਾਲ ਜਾਂ ਕਿਸੇ ਦੇ ਨਾਲ ਨਹੀਂ ਹੱਸਣਾ ਖੇਡਣਾ ਤੇ ਜਿਹੜੇ ਤੁਹਾਡੇ ਮੇਲੀ ਆ ਉਹਨਾਂ ਦੇ ਮੇਲ ਵਿੱਚ ਹੀ ਮਿਲ ਪਓ। ਆਪਣੇ ਬਚਪਨ ਦੇ ਮਿੱਤਰਾਂ ਹਾਣੀਆਂ ਦੇ ਨਾਲ ਹੀ ਬਹਿ ਕੇ ਕੁਝ ਗੱਲਾਂ ਬਾਤਾਂ ਕਰ ਲਿਆ ਕਰੋ। ਵੇਖੋ ਤੁਹਾਡੇ ਸਾਰੇ ਜਿਹੜੇ ਮਿੱਤਰ ਹੈ ਉਹ ਇੱਧਰ ਉੱਧਰ ਫਿਰਦੇ ਤੁਰਦੇ ਆਪਸ ਦੇ ਵਿੱਚ ਹੱਸਦੇ ਖੇਡਦੇ ਐ ਤੇ ਮਾਤਾ ਤ੍ਰਿਪਤਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਇਹ ਪੁੱਤਰ ਤੁਸੀਂ ਕਿਉਂ ਨਹੀਂ ਕਿਸੇ ਦੇ ਨਾਲ ਮਿਲ ਕੇ ਹੱਸਦੇ ਖੇਡਦੇ ਜਾਂ ਵਿਚਰਦੇ। ਰਾਤ ਹੋਵੇ ਦਿਨ ਹੋਵੇ ਘਰ ਦੇ ਵਿੱਚ ਇਕਾਂਤ ਦੇ ਵਿੱਚ ਇੱਕ ਪਾਸੇ ਜੇ ਸਦਾ ਬਰਾਜੇ ਰਹਿੰਦੇ ਹੋ। ਇਹ ਪੁੱਤਰ ਕੀ ਕਾਰਨ ਹੈ, ਕਿਸੇ ਚੀਜ਼ ਨਾਲ ਹਿੱਤ ਹੀ ਨਹੀਂ ਕਰਦੇ, ਨਾ ਕਦੀ ਮਾਂ ਕੋ ਕੁਝ ਖਾਣ ਨੂੰ ਮੰਗਿਆ, ਆਪਣੇ ਘਰ ਦੇ ਵਿੱਚ ਦੁੱਧ ਦਹੀਂ ਘਿਓ ਮੱਖਣ ਕਮੀ ਕੋਈ ਨਹੀਂ ਤੇ ਖਾਣ ਵਾਸਤੇ ਵੀ ਕੋਈ ਮੰਗ ਨਹੀਂ ਕਰਦੇ, ਇੱਛਾ ਨਹੀਂ ਰੱਖਦੇ ਵੀ ਆਹ ਖਾਣ ਨੂੰ ਦਿਓ ਤੇ ਨਾ ਕਿਸੇ ਵੀ ਕੰਮ ਦੇ ਨਾਲ ਕਿਸੇ ਸੰਬੰਧੀ ਨਾਲ ਵੀ ਹਿੱਤ ਪਿਆਰ ਨਹੀਂ ਕਰਦੇ। ਮਹਾਰਾਜ ਜੀ ਨੂੰ ਮਾਤਾ ਜੀ ਕਹਿੰਦੇ ਤੁਸੀਂ ਰੁਚੀ ਦੇ ਨਾਲ ਭੋਜਨ ਵੀ ਨਹੀਂ ਛਕਦੇ, ਨਾ ਤੁਹਾਡੀ ਕੁਝ ਖਾਣ ਪੀਣ ਦੀ ਖਾਹਿਸ਼ ਹੈ। ਇਹ ਪੁੱਤਰ ਕੀ ਕਾਰਨ ਹੈ, ਕਿਤੇ ਇਦਾਂ ਤੇ ਨਹੀਂ ਲੱਗਦਾ ਵੀ ਤੁਹਾਨੂੰ ਪੇਟ ਦਾ ਕੋਈ ਵੱਡਾ ਹੀ ਰੋਗ ਹੋ ਗਿਆ ਹੋਵੇ, ਕਿਉਂਕਿ ਪੇਟ ਰੋਗ ਕਰਕੇ ਗਰਮੀ ਹੋਣ ਕਰਕੇ ਖਾਣਾ ਪੀਣਾ ਨਹੀਂ ਚੰਗਾ ਲੱਗਦਾ। ਇਸ ਤਰ੍ਹਾਂ ਜਦੋਂ ਸ੍ਰੀ ਮਾਤਾ ਤ੍ਰਿਪਤਾ ਜੀ ਨੇ ਘੜੀ ਮੁੜੀ ਮੋੜ ਹੁੰਦਾ ਵੀ ਵਾਰ-ਵਾਰ ਆਉਂਦੇ ਆ ਫਿਰ ਕਹਿੰਦੇ ਆ ਪੁੱਤਰ ਕੀ ਗੱਲ ਹੈ ਤੂੰ ਖਾਂਦਾ ਪੀਂਦਾ ਨਹੀਂ, ਕੋਈ ਆਪਣੇ ਅੰਦਰ ਦਾ ਰੋਗ ਦੱਸ। ਮਾਤਾ ਦੇ ਅੰਦਰ ਖਾਸ਼ ਹੈ ਵੀ ਮੇਰਾ ਪੁੱਤਰ ਨਾਨਕ ਠੀਕ ਨਹੀਂ ਲੱਗਦਾ, ਇਹ ਕਿਸੇ ਵੈਦ ਨੂੰ ਸੱਦ ਕੇ ਤੇ ਉਹਦੇ ਕੋਲੋਂ ਇਹਦਾ ਇਲਾਜ ਕਰਵਾਈਏ। ਤੇ ਜਿਵੇਂ ਅਜੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦੇਣਾ ਹੈ, ਅਜੇ ਸਿੱਖੀ ਦ੍ਰਿੜ ਕਰਾਉਣੀ ਹੈ ਮਾਤਾ ਪਿਤਾ ਨੂੰ ਵੀ,
ਤੇ ਜਿਵੇਂ ਉਹ ਬੇਦੀਆਂ ਦੀ ਪਹਿਲਾਂ ਦੀ ਮਰਿਆਦਾ ਸੀ ਉਦਾਂ ਹੀ ਮਾਤਾ ਤ੍ਰਿਪਤਾ ਜੀ ਕਰਦੇ। ਪੁੱਤਰ ਨੂੰ ਬਿਮਾਰ ਵੇਖ ਕਰਕੇ ਸਮਝਦੇ ਆ ਵੀ ਕੋਈ ਰੋਗ ਲੱਗਾ ਇਹ ਤੇ ਮਹੇਸ਼ ਨੂੰ ਮਨਾਉਂਦੇ ਹਨ ਤੇ ਬੇਨਤੀਆਂ ਕਰਦੇ ਆ ਵੀ ਸੁਧ ਸਰੀਰ ਕੋ ਕਰੋ ਅਰੋਗਾ, ਵੀ ਮੇਰੇ ਪੁੱਤਰ ਦਾ ਸਰੀਰ ਅਰੋਗ ਹੋ ਜਾਵੇ। ਆ ਜੋ ਵੀ ਮੇਰੇ ਕੋ ਸਰੇ ਬਣੇਗਾ ਮੈਂ ਪਿਟਾਵਾਂ ਅਰਪਣ ਕਰਾਂਗੀ, ਮੈਂ ਲੋੜਵੰਦਾਂ ਨੂੰ ਛਕਾਵਾਂਗੇ। ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਮੱਥਾ ਰੱਖ ਕੇ ਧਰਤੀ ਦੇ ਵਾਰ-ਵਾਰ ਪਰਮੇਸ਼ਰ ਦਾ ਧਿਆਨ ਲਾ ਕੇ ਮੱਥੇ ਟੇਕਦੇ ਐ ਵੀ ਮੇਰੇ ਪੁੱਤਰ ਨੂੰ ਤੰਦਰੁਸਤ ਕਰ ਦਿਓ। ਆ ਲక్ష్ਮੀ ਦੇ ਪਤੀ ਭਾਵ ਅਕਾਲ ਪੁਰਖ ਵਾਹਿਗੁਰੂ ਨੂੰ ਮਾਂ ਤ੍ਰਿਪਤਾ ਨਮਸਕਾਰਾਂ ਕਰਦੀ ਹੈ। ਆ ਇਸ ਤਰ੍ਹਾਂ ਇੱਕ ਦਿਨ ਦੀ ਗੱਲ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਂਹ ਫੜ ਲਈ ਤੇ ਬਾਂਹ ਫੜ ਕੇ ਮਾਤਾ ਜੀ ਫਿਰ ਕਹਿਣ ਲੱਗੇ ਇਹ ਪੁੱਤਰ ਕਿੰਨੇ ਦਿਨ ਹੋ ਗਏ ਆ ਮੈਂ ਰੋਜ਼ ਪੁੱਛਦੀ ਐ ਜੋ ਤੁਹਾਡੇ ਅੰਦਰ ਪੀੜਾ ਏ, ਕੋਈ ਦੁੱਖ ਹੈ, ਕੋਈ ਦਰਦ ਹੈ ਤੇ ਆਪਣੇ ਅੰਦਰ ਦਾ ਦੁੱਖ ਮੈਨੂੰ ਦੱਸੋ ਤਾਂ ਸਹੀ ਮਾਨੋ। ਜਿਹੜਾ ਕੋਈ ਦੁੱਖ ਦੱਸੋਗੇ ਆਪਣੇ ਪਿੰਡ ਦੇ ਵਿੱਚ ਬੜਾ ਸਿਆਣਾ ਵੈਦ ਰਹਿੰਦਾ ਹਰਦਾਸ, ਮੈਂ ਉਹਨੂੰ ਸੱਦ ਕੇ ਤੇ ਤੁਹਾਡਾ ਇਲਾਜ ਕਰਾਵਾਂਗੇ। ਮੈਂ ਦੇਰ ਨਹੀਂ ਕਰਾਂਗੀ, ਅੱਜ ਹੀ ਵੈਦ ਨੂੰ ਸੱਦਦੀ ਐ ਤੇ ਉਹਨੂੰ ਕਹਿਨੀ ਐ ਵੀ ਮੇਰੇ ਪੁੱਤਰ ਦਾ ਦੁੱਖਾ ਰੋਗ ਦੂਰ ਕਰ ਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਮਾਤਾ ਜੀ ਦੇ ਬਚਨ ਸੁਣਦੇ ਨੇ ਪਰ ਬੋਲਦੇ ਕੁਝ ਨਹੀਂ, ਅੱਗੋਂ ਜਵਾਬ ਨਹੀਂ ਦਿੰਦੇ, ਚੁੱਪ ਹੀ ਰਹਿੰਦੇ ਹਨ। ਸੁਣ ਲੈਂਦੇ ਆ ਤੇ ਆਨੰਦ ਦੇ ਵਿੱਚ ਮਗਨ ਰਹਿੰਦੇ ਹਨ। ਆਪਣੀ ਮਾਤਾ ਨੂੰ ਕੋਈ ਅੱਗੋਂ ਉੱਤਰ ਨਹੀਂ ਦਿੰਦੇ। ਤੇ ਜਿਹੜੇ ਹੁਣ ਆਂਢ ਗੁਆਂਢ ਜਾਂ ਕੋਈ ਸੰਬੰਧੀ ਸਨ ਰਿਸ਼ਤੇਦਾਰ, ਪਤਾ ਲੱਗ ਗਿਆ ਵੀ ਬਾਬੇ ਮਹਿਤੇ ਕਾਲੂ ਦਾ ਪੁੱਤਰ ਗੁਰੂ ਨਾਨਕ ਸਾਹਿਬ ਵੀ ਕੋਈ ਰੋਗ ਹੈ, ਕੋਈ ਬਿਮਾਰੀ ਹੈ, ਵੀ ਇਸੇ ਕਰਕੇ ਵੇਖੋ ਵੀ ਪਏ ਰਹਿੰਦੇ ਹਨ, ਬਰਾਜੇ ਰਹਿੰਦੇ ਆ। ਉਹ ਖਬਰ ਲੈਣ ਵਾਸਤੇ, ਹਾਲ ਚਾਲ ਜਾਣਨ ਵਾਸਤੇ ਘਰ ਦੇ ਵਿੱਚ ਆਉਂਦੇ ਹਨ। ਜਿਨ੍ਹਾਂ ਸੰਬੰਧੀਆਂ ਨੂੰ, ਜਿਨ੍ਹਾਂ ਨੂੰ ਰਿਸ਼ਤੇਦਾਰਾਂ ਨੂੰ ਮਹਾਰਾਜ ਦੀ ਇਹ ਪਏ ਰਹਿਣ ਦੀ ਰੀਤੀ ਚੰਗੀ ਨਹੀਂ ਲੱਗਦੀ। ਕਹਿੰਦੇ ਹੈ ਵੀ ਵੇਖੋ ਵੀ ਕੈਸਾ ਰੋਗ ਲੱਗਾ ਹੈ ਵੀ ਨਾ ਤਾਂ ਕੋਈ ਭੋਜਨ ਛਕਦੇ ਹੈ ਰੁਚੀ ਦੇ ਨਾਲ ਤੇ ਨਾ ਹੀ ਕੋਈ ਪਾਣੀ ਪੀਂਦੇ ਹਨ ਰੱਜ ਕੇ। ਆ ਜਿਹੜੇ ਬੇਦੀਆਂ ਦੇ ਕੁਲ ਦੇ ਕੋਈ ਮਹਾਰਾਜ ਦੇ ਸੰਬੰਧੀ ਸਨ ਉਹ ਬੜੇ ਧੀਰਜ ਤੋਂ ਰਹਿਤ ਹੋ ਗਏ, ਬੜੇ ਦੁਖੀ ਹੋਏ ਵੀ ਕੀ ਗੱਲ ਹੋਈ ਹੈ ਵੀ ਸਾਡੇ ਮਹਿਤੇ ਕਾਲੂ ਦੇ ਪੁੱਤਰ ਨੂੰ ਤੇ ਏਦਾਂ ਜਿੱਥੇ ਸੰਬੰਧੀ ਦੁਖੀ ਆ ਉੱਥੇ ਸਾਰਾ ਪਰਿਵਾਰ ਵੀ ਬੜਾ ਕਹਿੰਦੇ ਵੀ ਦੁਖੀ ਹੈ, ਸੋਚਾਂ ਦੇ ਵਿੱਚ, ਚਿੰਤਾ ਦੇ ਵਿੱਚ ਰਹਿੰਦਾ ਮਹਾਰਾਜ ਨੂੰ ਵੇਖ ਕੇ। ਕਹਿੰਦੇ ਵੀ ਕੋਈ ਰੋਗ ਦਾ ਨਹੀਂ ਪਤਾ ਲੱਗਦਾ, ਜੇ ਪਤਾ ਲੱਗੇ ਨਾ ਵੀ ਆਹ ਦੁੱਖਾ ਰੋਗ ਹੈ ਤੇ ਕੋਈ ਨਾ ਕੋਈ ਅਸੀਂ ਦਵਾ ਦਾਰੂ ਕਰੀਏ ਵੈਦ ਨੂੰ ਸੱਦ ਕੇ। ਆ ਜਿਹੜੇ ਸੰਬੰਧੀ ਸੀ ਬਾਬੇ ਕਾਲੂ ਨੂੰ ਕਹਿਣ ਲੱਗੇ ਮਿਲ ਕੇ ਫੇਰ ਕਹਿਣ ਲੱਗੇ ਮਹਿਤਾ ਕਾਲੂ ਜੀ ਇੰਨੀ ਲਾਪਰਵਾਹੀ ਨਹੀਂ ਕਰੀਦੀ, ਤੁਹਾਡੇ ਪੁੱਤਰ ਗੁਰੂ ਨਾਨਕ ਦੇਵ ਜੀ ਨੂੰ ਕੋਈ ਦੁੱਖ ਹੈ ਜਿਹੜਾ ਅੰਦਰੋਂ ਅੰਦਰ ਖਾਈ ਜਾ ਰਿਹਾ ਏ। ਪਰ ਉਹ ਕਿੱਦਾਂ ਕਹਿੰਦੇ ਵੀ ਨਿਸ਼ਚਿੰਤ ਹੋ ਕੇ ਆਪਣੇ ਕੰਮਾਂ ਕਾਜਾਂ 'ਚ ਫਿਰਦਾ ਰਹਿਣਾ, ਕਦੀ ਕਿਸੇ ਪਿੰਡ ਦੀ ਨਿਸ਼ਾਨਦੇਹੀ ਪੈਲੀ ਦੀ ਕਾਰਨ ਕਦੀ ਕਿਸੇ ਪਾਸੇ ਚਲੇ ਜਾਣਾ ਏ। ਇੱਕ ਤੇਰੇ ਘਰ ਦੇ ਵਿੱਚ ਬਾਬਾ ਮਹਿਤਾ ਪੁੱਤਰ ਹੈ ਤੇ ਉਹ ਵੀ ਰੋਗੀ ਹੈ, ਇਸ ਤਰ੍ਹਾਂ ਬਿਮਾਰ ਹੋ ਗਿਆ ਹੈ ਤੇ ਤੈਨੂੰ ਕਿਵੇਂ ਕੰਮ ਕਰਨੇ ਸੁਝਦੇ ਹਨ। ਆ ਜਿਹੜੇ ਕੋਈ ਉਮਰ ਵਿੱਚ ਵੱਡੇ ਹੋਣਗੇ ਕੋਈ ਰਿਸ਼ਤੇਦਾਰ, ਉਹਨਾਂ ਨੇ ਥੋੜਾ ਖਿੱਚ ਕੇ ਬਾਬੇ ਮਹਿਤੇ ਕਾਲੂ ਨੂੰ ਕਿਹਾ ਵੀ ਅੱਜ ਹੀ ਕਾਲੂ ਹਕੀਮ ਨੂੰ ਵੈਦ ਨੂੰ ਸਾਦਾ ਤੇ ਆਪਣੇ ਪੁੱਤਰ ਦਾ ਇਲਾਜ ਕਰਾ ਚੰਗੀ ਤਰ੍ਹਾਂ। ਆ ਤੇਰੇ ਅੰਦਰ ਜਿਹੜਾ ਧਨ ਦਾ ਬਹੁਤਾ ਲੋਭ ਹੈ ਨਾ, ਇਹ ਲੋਭ ਨਾ ਕਰ ਵੀ ਮਾਇਆ ਦੇ ਲੋਭ ਕਰਕੇ ਆਪਣੇ ਕੰਮ ਤੋਂ ਛੁੱਟੀਆਂ ਹੀ ਨਹੀਂ ਕਰਦਾ ਤੂੰ। ਆ ਵੇਖ ਜੇ ਤੇਰਾ ਪੁੱਤਰ ਅਰੋਗ ਹੋ ਕੇ ਨਵਾਂ ਨਰੋਵਾ ਹੋ ਕੇ ਸੰਸਾਰ ਦੇ ਵਿੱਚ ਜੀਵਨ ਜੀਵੇਗਾ
ਧਨਵੰਤ ਤੇ ਜੇ ਤੰਦਰੁਸਤ ਹੋਇਆ ਆਪੇ ਕਮਾਈ ਕਰੂਗਾ ਤੇ ਵੱਡਾ ਹੋ ਕੇ ਆਪੇ ਹੀ ਮਾਇਆ ਹੋਰ ਇਕੱਠੀ ਕਰ ਲਵੇਗਾ। ਸਨੇਹ ਕੋ ਮਨ ਤੇ ਤਿਆਗੇ ਪਰ ਪਤਾ ਨਹੀਂ ਹੈ ਕਾਲੂ ਤੂੰ ਕਿੱਦਾਂ ਦਾ ਏ ਵੀ ਤੂੰ ਮਾਇਆ ਦਾ ਪ੍ਰੇਮੀ ਆਪਣੇ ਪੁੱਤਰ ਦਾ ਤੇ ਮੋਹ ਹੀ ਤਿਆਗ ਦਿੱਤਾ। ਸਰਪ ਵੇਖਿਆ ਕਿਉ ਭਾਵ ਅਨੁਰਾਗੇ ਕੀ ਕਾਰਨ ਹੈ ਵੀ ਪੁੱਤਰ ਨੂੰ ਛੱਡ ਕੇ ਤੇ ਪੈਸੇ ਜੋੜਨ ਵਿੱਚ ਪੈਸੇ ਇਕੱਠੇ ਕਰਨ ਦੇ ਵਿੱਚ ਪ੍ਰੇਮੀ ਬਣਿਆ ਫਿਰਦਾ ਅਨੁਸਾਰੀ ਹੋਇਆ ਏ। ਸੁਨਤ ਗਿਆ ਤਨਕੇ ਕਾਲੋ ਤਾਂ ਜਦੋਂ ਆਪਣੇ ਸੰਬੰਧੀਆਂ ਦੀ ਇਦਾਂ ਤਰਕ ਜੀ ਸੁਣੀ ਕਿਸੇ ਵੱਡੇ ਬਜ਼ੁਰਗ ਨੇ ਝਿੜਕ ਜੀ ਮਾਰੀ ਦਾ ਸੁਣ ਕੇ ਮਹਿਤਾ ਕਾਲੂ ਜੀ ਨੇ ਅਨੁਜ ਟਿਕ ਦੇਸ਼ਨ ਲਾਲ ਆ ਜਿਹੜਾ ਛੋਟਾ ਭਰਾ ਸੀ ਉਸ ਵੇਲੇ ਲਾਗੇ ਸੀ ਜਿਹਦਾ ਨਾਮ ਲਾਲ ਚੰਦ ਹੈ। ਵੈਦ ਬੁਲਾਵਨ ਹੇਤ ਪਠਾਇਆ ਉਸ ਵੇਲੇ ਲਾਲ ਚੰਦ ਨੂੰ ਕਹਿਣ ਲੱਗੇ ਵੀ ਇਹ ਛੋਟੇ ਭਾਈ ਲਾਲੂ ਜਾ ਕੇ ਆਪਣੇ ਪਿੰਡੋਂ ਵੈਦ ਨੂੰ ਸੱਦ ਕੇ ਲਿਆ। ਲਾਲੂ ਤੇ ਕਾ ਜਾਏ ਬੁਲਾਇਆ ਤੇ ਲਾਲੂ ਜੀ ਚਲੇ ਗਏ ਤੇ ਜਿੱਥੇ ਵੈਦ ਦਾ ਘਰ ਸੀ ਆਵਾਜ਼ ਮਾਰੇ ਨਾਮ ਜਾਸ ਹਰਦਾਸ ਹੁਲਾਸੇ ਜਿਸ ਵੈਦ ਦਾ ਨਾਮ ਕਹਿੰਦੇ ਹਰਦਾਸ ਹੈ ਤੇ ਸਦਾ ਖੁਸ਼ ਰਹਿੰਦਾ ਏ ਸਦਾ ਹੀ ਆਨੰਦ ਦੇ ਵਿੱਚ ਖੇੜੇ ਵਿੱਚ ਰਹਿੰਦਾ ਬੜੇ ਵੱਡੇ ਭਾਗਾਂ ਵਾਲਾ ਹੈ। ਅਗੇ ਭਾਗ ਕਾ ਤੇ ਸੁਖ ਰਾਸੇ ਜਿਸ ਹਰਦਾਸ ਵੈਦ ਦੇ ਕਹਿੰਦੇ ਕੋਈ ਪੂਰਬਲੇ ਭਾਗ ਜਾਗ ਪਏ ਤੇ ਸੁੱਖਾਂ ਦੀ ਰਾਸ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਕੋਲ ਉਸੇ ਵੇਲੇ ਚੱਲ ਪਿਆ। ਪਰ ਬਸਨ ਲਾਏ ਸੁਖ ਗਾਏ ਜਦੋਂ ਲਾਲੂ ਜੀ ਲੈ ਕੇ ਆਏ ਨਾ ਵੈਦ ਹਰਦਾਸ ਨੂੰ ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਦਾਂ ਬਸਤਰ ਤਾਣ ਕੇ ਤੇ ਬਰਾਜੇ ਹੋਏ ਸਨ। ਪੌਟੇ ਆਇਓ ਤੇ ਥਾਏ ਜਿੱਥੇ ਮਹਾਰਾਜ ਸਾਹਿਬ ਜੀ ਸੁੱਖਾਂ ਦੇ ਘਰ ਸੁੱਖਾਂ ਦੇ ਦੇੜ ਹਾਰੇ ਸਤਿਗੁਰੂ ਜੀ ਆਪਣੇ ਸਰੀਰ ਤੇ ਚਾਦਰਾ ਤਾਣ ਕੇ ਸੁੱਤੇ ਹੋਏ ਸੀ। ਵੈਦ ਹਰਦਿਆਸ ਉਸ ਥਾਂ ਤੇ ਪਹੁੰਚ ਗਿਆ। ਕਾਲੂ ਕਹਾ ਸੁਬੈਦਨ ਸੁਣੀਏ ਆ ਜਦੋਂ ਵੈਦ ਆਇਆ ਤੇ ਬਾਬਾ ਕਾਲੂ ਜੀ ਕਹਿੰਦੇ ਵੀ ਇਹ ਵੈਦ ਜੀ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਕੁਝ ਤੁਹਾਨੂੰ ਇਹਨਾਂ ਦੇ ਮੈਂ ਲੱਛਣ ਦੱਸਦਾ ਹਾਂ। ਲੋਕ ਇਹ ਰੁੱਧ ਕੋ ਗੁਨੀਏ ਤੇ ਤੂੰ ਏਦਾਂ ਕਰ ਵੀ ਇਹਨਾਂ ਦੀ ਨਬਜ ਵੇਖ ਕੇ ਹੱਥ ਦੇ ਤੇ ਚੰਗੀ ਤਰ੍ਹਾਂ ਧਿਆਨ ਦੇ ਨਾਲ ਰੋਗ ਵਿਚਾਰ ਲੈ ਵੀ ਇਹਨਾਂ ਨੂੰ ਅਸਲ ਦੇ ਵਿੱਚ ਰੋਗ ਕੀ ਦੁੱਖ ਕੀ ਹੈ। ਜਿਸ ਦਿਨ ਭਰੇ ਉਰ ਹੈ ਸਹਿ ਆਲਸ ਪਰ ਤੇਰੀ ਸਹਾਇਤਾ ਲਈ ਮੈਂ ਦੱਸਦਾ ਵੀ ਇਹ ਮੇਰਾ ਜਿਹੜਾ ਪੁੱਤਰ ਹੈ ਇਹ ਰਾਤ ਦਿਨ ਇਦਾਂ ਹੀ ਚਾਦਰ ਤਾਣ ਕੇ ਲੰਮੇ ਪਿਆ ਰਹਿੰਦਾ ਹੈ। ਖਾਨ ਪਾਨ ਕੀ ਕਰੈ ਨਾ ਲਾਲਚ ਬੜਾ ਆਲਸ ਜਿਹਾ ਕਰਦਾ ਏ ਤੇ ਖਾਣ ਪੀਣ ਦੀ ਵੀ ਕੋਈ ਰੁਚੀ ਨਹੀਂ ਹੈ। ਕੁਝ ਖਾਣਾ ਕੁਝ ਪੀਣਾ ਇਹ ਵੀ ਕੋਈ ਮੰਗ ਨਹੀਂ ਕਰਦਾ। ਕੀਤ ਬਦਨ ਤਨ ਕੀਨ ਘੁਟਾਰਾ ਤੇ ਆ ਵੇਖ ਇਹਨਾਂ ਦਾ ਚਿਹਰੇ ਦਾ ਰੰਗ ਕਿਦਾਂ ਪੀਲਾ ਹੋਇਆ ਹੈ ਸਰੀਰ ਕਮਜ਼ੋਰ ਜਿਹਾ ਹੋਇਆ ਹੈ ਤੇ ਹੋਰ ਹੀ ਘੁੜਾਰਾ ਹੋਰ ਹੀ ਤਰ੍ਹਾਂ ਦਾ ਸਾਰਾ ਰੰਗ ਜਿਹਾ ਹੋਇਆ ਇਹਨਾਂ ਦਾ। ਕੀਰਤਨ ਪਾਏ ਕਰੋ ਉਪਚਾਰ ਤੇ ਇਸ ਕਰਕੇ ਵੈਦ ਹਕੀਮ ਜੀ ਇਹਨਾਂ ਦੇ ਅੰਦਰ ਜੋ ਵੀ ਰੋਗ ਹੈ ਨਾ ਤੁਸੀਂ ਹੱਥ ਦੀ ਨਾੜ ਵੇਖ ਕੇ ਰੋਗ ਲੱਭ ਕੇ ਤੇ ਫਿਰ ਉਹਦਾ ਉਪਚਾਰ ਕਰੋ। ਇਹਨਾਂ ਨੂੰ ਉਹ ਦਵਾ ਦਾਰੂ ਦੇ ਕੇ ਇਲਾਜ ਕਰਦੇ ਹੋ ਠੀਕ ਕਰਦੇ ਹੋ। ਕਰ ਬਚਨ ਵੈਦ ਬੁੱਧਵੰਤ ਜਿਹੜਾ ਬੜਾ ਸਿਆਣਾ ਵੈਦ ਸੀ ਤੇ ਜਿਹਦੇ ਭਾਗ ਵੀ ਜਾਗੇ ਆ ਜਦੋਂ ਬਾਬੇ ਕਾਲੂ ਦੇ ਕੋਲੋਂ ਇਦਾਂ ਸੁਣਿਆ ਬੈਠਿਓ ਨਿਕਟ ਤਬੇ ਜਗ ਵਿੰਦਾ ਆ ਜਿਹੜੇ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹਨਾਂ ਦੇ ਨੇੜੇ ਬੈਠ ਗਿਆ। ਆਨੰਦ ਪਾਤੇ ਬਸਨੇ ਉਘਾਰਾ ਮਹਾਰਾਜ ਸਾਹਿਬ ਜੀ ਦੇ ਸਰੀਰ ਤੋਂ ਚਿਹਰੇ ਤੋਂ ਜਿਹੜਾ ਚਾਦਰਾ ਲੈ ਕੇ ਬਰਾਜੇ ਸੀ ਉਹ ਹਰਦਾਸ ਵੈਦ ਨੇ ਆਪਣੇ ਹੱਥ ਦੇ ਨਾਲ ਪਰਾਂ ਕਰ ਦਿੱਤਾ। ਇਹ ਧਮਨੀ ਕਰ ਕਰ ਧਾਰਾ ਮਹਾਰਾਜ ਜੀ ਦੀ ਬਾਹ ਫੜ ਕੇ ਤੇ ਅੰਗੂਠੇ ਦੇ ਨਾਲ ਨਾੜ ਵੇਖਣ ਲੱਗ ਪਿਆ ਹੱਥ ਦੇ ਰੋਗ ਲੱਭਣ ਵਾਸਤੇ। ਵੈਦ ਬਦਨ ਦੁਖ ਕਦਨ ਸੋ ਦੇਖਾ ਜਦੋਂ ਦੁੱਖਾਂ ਦੇ ਨਾਸ਼ ਕਰਤਾ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਹਰਦਾਸ ਵੈਦ ਦੇ ਮੁਖ ਵੱਲ ਵੇਖਿਆ। ਕੋ ਮਨ ਅਨਕੰਪ ਵਿਸ਼ੇਖਾ ਜਿਸ ਵੈਦ ਦੇ ਮਨ ਦੇ ਵਿੱਚ ਬੜੀ ਕਿਰਪਾ ਬਹੁਤ ਹੀ ਤਰਸ ਹੈ ਵੀ ਇਹ ਠੀਕ ਹੋ ਜਾਣ ਮੈਂ ਕਾਲੂ ਦੇ ਪੁੱਤਰ ਨੂੰ ਠੀਕ ਕਰ ਦਿਆਂ। ਕਰਤੇ ਕਰਖ ਲਿਓ ਨਿਜ ਕਰਕੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਬਾਹ ਫੜੀ ਸੀ ਨਾ ਵੈਦ ਨੇ ਤੇ ਨਬਜ ਟਟੋਲ ਰਿਹਾ ਸੀ। ਗੁਰੂ ਸਾਹਿਬ ਜੀ ਨੇ ਇਹਦੇ ਹੱਥ ਦੇ ਵਿੱਚੋਂ ਆਪਣੀ ਬਾਹ ਛੁਡਾ ਲਈ ਉੱਠ ਬੈਠੇ ਦੇ ਬਨਮਤ ਕਰਕੋ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਇਹਨੂੰ ਸ੍ਰੇਸ਼ਟ ਮਤ ਦੇਣ ਵਾਸਤੇ ਹਕੀਮ ਦੀ ਕਲਿਆਣ ਕਰਨ ਵਾਸਤੇ ਉੱਠ ਕੇ ਸਾਵਧਾਨ ਹੋ ਕੇ ਮਹਾਰਾਜ ਜੀ ਬੈਠ ਗਏ। ਮਨ ਬੋਲੇ ਉਤ ਪਾਤਰ ਲੋਚਨ ਜਿਸ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਨੇਤਰ ਹੈ ਕਮਲ ਦੇ ਚੌੜੇ ਪੱਤਿਆਂ ਵਰਗੇ ਬੜੇ ਸੁੰਦਰ ਹਨ। ਅਚਲ ਪਾ ਬੰਦ ਮੋਚਨ ਜਿਹੜੇ ਮਹਾਰਾਜ ਅਚਲ ਸੁਖ ਦੇ ਦੇਣ ਹਾਰੇ ਹੈ ਤੇ ਜੰਮਣ ਮਰਨ ਦੇ ਬੰਧਨਾਂ ਤੋਂ ਛੁਡਾਉਣ ਵਾਲੇ ਹਨ। ਹਾਥ ਕੀ
ਸਾਥ ਸੁਹੱਥ। ਮਹਾਰਾਜ ਨੇ ਸਵਾਲ ਕੀਤਾ, ਕਹਿਣ ਲੱਗੇ ਵੈਦ ਜੀ ਆਪਣੇ ਹੱਥ ਦੇ ਨਾਲ ਤੁਸੀਂ ਮੇਰਾ ਹੱਥ ਕਿਉਂ ਫੜਿਆ ਸੀ? ਆਤਮ ਜੀਉ ਕਹੋ ਨਿਜ ਗਾਥਾ। ਤੇਰੇ ਦਿਲ ਦੇ ਵਿੱਚ ਕੀ ਹੈ ਵੀ ਕੀ ਕਾਰਨ ਸੀ ਵੀ ਮੇਰੀ ਬਾਹ ਫੜ ਕੇ ਤੇ ਗੁੱਠੇ ਨਾਲ ਉਂਗਲ ਨਾਲ ਨੱਪ ਕੇ ਕੀ ਵੇਂਦਾ ਰਿਹਾ? ਆਪਣੀ ਸਾਰੀ ਕਥਾ ਦੱਸ, ਆਪਣੀ ਹਾਲਤ ਦੱਸ ਵੀ ਤੂੰ ਕੀ ਵੇਖਣਾ ਚਾਹੁੰਦਾ ਹੈ। ਸੁਣ ਕਰ ਭੀਖ ਬਚਨੀ ਉਚਾਰੇ। ਮਹਾਰਾਜ ਦਾ ਸਵਾਲ ਸੁਣ ਕੇ ਤੇ ਹਰਦਾਸ ਵੈਦ ਉੱਤਰ ਦਿੰਦਾ, ਕਹਿਣ ਲੱਗਾ ਹੀਰੋ ਜੀ ਰੋਗ ਕਮਾਰੇ। ਇਹਦਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪਿਤਾ ਜੀ ਨੇ ਤੁਹਾਡੇ ਨੇ ਮੈਨੂੰ ਸੱਦਿਆ ਵੀ ਮੇਰਾ ਪੁੱਤਰ ਠੀਕ ਨਹੀਂ ਰਹਿੰਦਾ ਤੇ ਮੈਂ ਤੁਹਾਡਾ ਹੱਥ ਫੜ ਕੇ ਤੇ ਤੁਹਾਡਾ ਰੋਗ ਵੇਖ ਰਿਹਾ ਸੀ, ਨਾੜੀ ਦੇ ਨਾਲ ਵੀ ਤੁਹਾਨੂੰ ਕੀ ਰੋਗ ਹੈ? ਕਿਉਂਕਿ ਚਾਰ ਤਰ੍ਹਾਂ ਦੇ ਵਿਗਾੜ ਹੁੰਦੇ ਆ ਜਿਹੜੇ ਸਰੀਰ 'ਚ ਪੈਂਦੇ ਆ। ਇੱਕ ਪਿੱਤ ਹੁੰਦਾ ਹੈ ਵੀ ਜੇ ਪਿੱਤ ਵੱਧ ਜੇ ਤੇ ਪਿੱਤ ਦੇ ਨਾਲ ਸੰਬੰਧੀ ਗਰਮੀ ਦੇ ਰੋਗ, ਪੇਟ ਦੇ ਰੋਗ ਹੁੰਦੇ ਆ। ਇੱਕ ਵਾਈਵਾਦੀ ਹੁੰਦੀ ਹੈ ਵੀ ਜੇ ਵਾਈ ਵੱਧ ਜੇ ਤੇ ਵਾਈਵਾਦੀ ਦੇ ਨਾਲ ਸੰਬੰਧਿਤ ਜੋੜਾਂ ਦੇ ਰੋਗ ਹੁੰਦੇ ਆ ਵੀ ਜੋੜ ਦੁਖਦੇ ਆ, ਸਰੀਰ ਭਾਰਾ ਲੱਗਦਾ। ਇੱਕ ਕਫ ਦੇ ਰੋਗ ਹੁੰਦੇ ਆ ਤੇ ਜੇ ਕਫ ਵੱਧ ਜੇ ਤੇ ਹਰ ਸਮੇਂ ਕਫ ਦੇ ਨਾਲ ਸੰਬੰਧਿਤ ਜਿਹੜੇ ਰੋਗ ਹਨ, ਬਲਗਮ ਆਦਿਕ, ਇਹ ਵੱਧ ਜਾਂਦੇ ਆ। ਤੇ ਇੱਕ ਸਰੋਣਤ ਲਹੂ ਦੇ ਰੋਗ ਹੁੰਦੇ ਆ ਵੀ ਜੇ ਲਹੂ 'ਚ ਵਿਗਾੜ ਵਗੂੜ ਪੈ ਜੇ, ਆ ਫੋੜੇ ਫਿਣਸੀਆਂ ਦੇ ਚਮੜੀ ਦੇ ਰੋਗ ਹੁੰਦੇ ਆ। ਤੇ ਮਹਾਰਾਜ ਮੈਂ ਤੁਹਾਡੀ ਨਾੜ ਨੱਪ ਕੇ ਇਹ ਵੇਖ ਰਿਹਾ ਹੈ ਵੀ ਤੁਹਾਨੂੰ ਕੀ ਰੋਗ ਹੈ, ਵੀ ਤੁਹਾਡਾ ਪਿੱਤ, ਵਾਏ, ਕਫ ਜਾਂ ਲਹੂ ਦੀ ਖਰਾਬੀ ਹੈ। ਕਿਉਂਕਿ ਇਹਨਾਂ ਚੌਵਾਂ ਕਰਕੇ ਹੀ ਸਾਰੇ ਸਰੀਰ ਦੇ ਵਿੱਚ ਵਿਕਾਰ, ਅੱਗੇ ਤੋਂ ਅੱਗੇ ਰੋਗ ਵਧਦੇ ਹੈ। ਰੋਗਾਂ ਦਾ ਮੁੱਢ ਇਹੀ ਹੈ, ਕਾਰਨ ਇਹੀ ਹੈ। ਤੇ ਜਿਹੜਾ ਮੈਂ ਨਾੜ ਫੜ ਕੇ ਤੁਹਾਡਾ ਕੋਈ ਰੋਗ ਵੇਖੂੰਗਾ ਨਾ, ਮਹਾਰਾਜ ਨੇ ਪੁੱਛਿਆ ਸੀ ਕੀ ਵੇਖਣਾ? ਕਹਿੰਦਾ ਮਹਾਰਾਜ ਮੈਂ ਨਾੜ ਨੱਪ ਕੇ ਵੇਖ ਰਿਹਾ ਹੈ ਵੀ ਜਿਹੜਾ ਵੀ ਮੈਂ ਵੇਖਾਂਗਾ ਵੀ ਪਿੱਤ ਵਧੀ ਹੈ, ਕਫ ਵਧੀ ਹੈ, ਜਾਂ ਲਹੂ ਦਾ ਵਿਗਾੜ ਹੈ, ਜਾਂ ਵਾਈ ਵਧੀ ਹੈ, ਉਸੇ ਰੋਗ ਦੇ ਹਿਸਾਬ ਦੇ ਨਾਲ ਤੁਹਾਨੂੰ ਮੈਂ ਦਵਾਈ ਦੇ ਕੇ ਤੇ ਬਿਲਕੁਲ ਠੀਕ ਕਰ ਦਿਆਂਗਾ, ਤੰਦਰੁਸਤ ਕਰ ਦਿਆਂਗਾ। ਬਸ ਤੁਸੀਂ ਪੱਛ ਰੱਖਣਾ ਹੈ। ਪੱਛ ਹੁੰਦਾ ਵੀ ਪਰਹੇਜ਼ ਰੱਖਣਾ ਹੈ। ਜਿਹੜੀਆਂ ਚੀਜ਼ਾਂ ਦਾ ਮੈਂ ਕਵਾਂ ਤੇ ਜਿਹੜੀ ਦਵਾਈ ਦੇ ਕੇ ਜਾਵਾਂਗਾ ਉਹ ਤੁਸੀਂ ਸਮੇਂ ਦੇ ਨਾਲ ਖਾਣੀ ਹੈ। ਤੇ ਤੁਸੀਂ ਫਿਰ ਅਰੋਗ ਹੋ ਜਾਵੋਗੇ, ਤਨ ਤੁਹਾਡਾ ਸੁਖੀ ਹੋ ਜਾਵੇਗਾ। ਤੇ ਆ ਜਿਹੜਾ ਤੁਹਾਨੂੰ ਹੁਣ ਭੁੱਖ ਨਹੀਂ ਨਾ ਲੱਗਦੀ, ਕੁਝ ਖਾਣ ਪੀਣ ਦੀ ਖਾਸ਼ ਨਹੀਂ ਹੈ, ਜਦੋਂ ਮੈਂ ਤੁਹਾਡਾ ਰੋਗ ਲੱਭ ਕੇ ਦਵਾ ਦਾਰੂ ਕੀਤਾ, ਫਿਰ ਭੋਜਨ ਖਾਣ ਪੀਣ ਦੀ ਵੀ ਤੁਹਾਡੇ ਅੰਦਰ ਰੁਚੀ ਪੈਦਾ ਹੋ ਜਾਏਗੀ, ਚਾਹਨਾ ਪੈਦਾ ਹੋ ਜਾਏਗੀ। ਆ ਜਿਹੜਾ ਤੁਹਾਡਾ ਸਰੀਰ ਹੁਣ ਨਿਰਬਲ ਜਿਹਾ ਹੋਇਆ ਹੈ ਨਾ, ਦੇਹ ਤੁਹਾਡੀ ਫਿਰ ਬਲੀਅਣ ਤੰਦਰੁਸਤ ਹੋ ਜਾਵੇਗੀ, ਚੰਗੀ ਚੜ੍ਹਦੀ ਕਲਾ ਵਿੱਚ। ਜਿਸ ਹਰਦਾਸ ਵੈਦ ਦੇ ਭਾਗ ਜਾਗੇ ਸੀ, ਕਮਲ ਮੁਖ ਵਾਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਦੋਂ ਉਹਦੇ ਇਦਾਂ ਦੇ ਬੋਲ ਬਚਨ ਸੁਣੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੋ ਸੁੱਖਾਂ ਦੇ ਘਰ ਹਨ, ਹਰਦਾਸ ਵੈਦ ਨੂੰ ਉਪਦੇਸ਼ ਦਿੰਦਿਆਂ ਹੋਇਆ ਮੁਖ ਤੋਂ ਬੋਲੇ। ਮੁਖ ਵਾਕ ਸ਼ਲੋਕ ਮਹੱਲਾ ਪਹਿਲਾ, ਵੈਦ ਬੁਲਾਇਆ ਵੈਦ ਕੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਪਵਿੱਤਰ ਮੁਖ ਤੋਂ ਉਪਦੇਸ਼ ਦਿੰਦੇ। ਸ਼ਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਨੇ ਸ਼ਲੋਕ ਉਚਾਰਿਆ, ਵੈਦ ਬੁਲਾਇਆ ਵੈਦ ਕੀ। हे ਹਰਦਾਸ ਵੈਦ, ਤੈਨੂੰ ਬੁਲਾਇਆ ਏ ਵੈਦਗੀ ਵਾਸਤੇ ਵੀ ਸਾਡਾ ਕੋਈ ਦਵਾ ਦਾਰੂ ਕਰ, ਵੀ ਸਾਡਾ ਕੋਈ ਇਲਾਜ ਕਰ। ਤੇ ਹਰਦਾਸ ਵੈਦ ਤੂੰ ਸਾਡੀ ਬਾਹ ਫੜ ਕੇ ਸਾਡੀ ਨਬਜ ਨੱਪ ਕੇ ਤੇ ਰੋਗ ਲੱਭ ਰਿਹਾ ਵੀ ਕੀ ਰੋਗ ਹੈ ਸਰੀਰ ਨੂੰ। ਉਹ ਹਰਦਾਸ ਵੈਦ ਤੂੰ ਬੜਾ ਹੀ ਭੋਲਾ ਬੇਸਮਝ ਹੈ। ਕਹਿੰਦੇ ਤੂੰ ਜਾਣਦਾ ਹੀ ਨਹੀਂ, ਤੈਨੂੰ ਤੇ ਸਮਝ ਹੀ ਕੋਈ ਨਹੀਂ ਡਾਕਟਰੀ ਦੀ, ਵੀ ਜਿਹੜਾ ਸਾਡਾ ਦੁੱਖ ਹੈ ਉਹ ਨਾਲ ਨੱਪ ਕੇ ਨਹੀਂ ਤੈਨੂੰ ਪਤਾ ਲੱਗਣਾ। ਸਾਡੇ ਦੇ ਕਲੇਜੇ ਦੇ ਵਿੱਚ, ਸਾਡੇ ਦੇ ਹਿਰਦੇ ਵਿੱਚ, ਸਾਡੇ ਦੇ ਦਿਲ ਦੇ ਵਿੱਚ ਰੋਗ ਹੈ। ਸਾਡੇ ਦੇ ਦਿਲ ਨੂੰ ਰੋਗ ਲੱਗਾ ਹੈ, ਕਲੇਜੇ ਦੇ ਵਿੱਚ ਕਸਰ ਹੈ, ਤੇ ਤੂੰ ਨਬਜ ਨੱਪ ਕੇ ਕਿਵੇਂ ਵੇਖ ਲਵੇਂਗਾ। ਇਹ ਨਾ ਜਦੋਂ ਮਹਾਰਾਜ ਨੇ ਸ਼ਲੋਕ ਉਚਾਰਿਆ ਤੇ ਭਾਈ ਬਾਲਾ ਜੀ ਕਥਾ ਸੁਣਾ ਰਹੇ ਸੀ ਗੁਰੂ ਅੰਗਦ ਸਾਹਿਬ ਨੂੰ, ਤੇ ਜਿਹੜੇ ਸਿੱਖ ਬੈਠੇ ਸੀ ਸੰਗਤ,
ਉਹ ਕਹਿਣ ਲੱਗੇ ਵੀ ਮਹਾਰਾਜ ਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਸ਼ਲੋਕ ਉਚਾਰਿਆ ਵੀ ਇਹ ਖੋਲ ਕੇ ਦੱਸੋ ਵੀ ਸਾਨੂੰ ਸਮਝ ਨਹੀਂ ਆਈ ਚੰਗੀ ਤਰ੍ਹਾਂ ਵੀ ਮਹਾਰਾਜ ਨੇ ਕੀ ਕਿਹਾ ਸੀ। ਤੇ ਫਿਰ ਗੁਰੂ ਅੰਗਦ ਸਾਹਿਬ ਜੀ ਨੇ ਇਸੇ ਸ਼ਲੋਕ ਦੇ ਅਰਥ ਕਰਦਿਆਂ ਹੋਇਆਂ ਆਪਣੇ ਵੱਲੋਂ ਇੱਕ ਹੋਰ ਮਹੱਲਾ ਹੋਰ ਸ਼ਲੋਕ ਉਚਾਰਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਸਿੱਖੋ ਗੁਰੂ ਨਾਨਕ ਸਾਹਿਬ ਜੀ ਦੇ ਕਹਿਣ ਦਾ ਭਾਵ ਇਹ ਸੀ ਵੈਦਾ ਵੈਦ ਸੋ ਵੈਦ ਤੋਂ ਵੀ ਹੇ ਵੈਦ ਹਰਦਾਸ ਹਕੀਮਾਂ ਦੇ ਵਿੱਚੋਂ ਡਾਕਟਰਾਂ ਦੇ ਵਿੱਚੋਂ ਤਾਂ ਤੂੰ ਚੰਗਾ ਵੈਦ ਅਖਵਾਵੇਂਗਾ ਸ੍ਰੇਸ਼ਟ ਵੈਦ ਅਖਵਾਵੇਂਗਾ ਵੀ ਤੂੰ ਪਹਿਲਾਂ ਆਪਣਾ ਰੋਗ ਪਛਾਣ ਵੀ ਤੂੰ ਹੋਰਾਂ ਦੇ ਰੋਗ ਜੋ ਲੱਭਦਾ ਫਿਰਦਾ ਸਾਡੀਆਂ ਜੋ ਨਾੜਾਂ ਨੱਪ ਕੇ ਵੇਂਦਾ ਫਿਰਦਾ ਏ ਤੇਰੇ ਅੰਦਰ ਹਉਮੈ ਦਾ ਰੋਗ ਹੈ ਪਹਿਲਾਂ ਆਪਣੇ ਅੰਦਰ ਦੇ ਹਉਮੈ ਦੇ ਰੋਗ ਦੀ ਪਛਾਣ ਕਰ ਤੇ ਉਸ ਰੋਗ ਦੀ ਪਛਾਣ ਕਰਕੇ ਤੇ ਅਜਿਹਾ ਦਾਰੂ ਲੋੜ ਲੈ ਲੱਭ ਲੈ ਭਾਵ ਜਿਹਦੇ ਨਾਲ ਇਹ ਹਉਮੈ ਦੀ ਬਿਮਾਰੀ ਦੂਰ ਹੋਵੇ ਉਹ ਦਵਾਈ ਦੀ ਤੂੰ ਭਾਲ ਕਰ ਲੈ। ਜਿਸ ਦਵਾਈ ਦੇ ਨਾਲ ਤੇਰਾ ਹਉਮੈ ਦਾ ਰੋਗ ਵੀ ਕੱਟਿਆ ਜਾਵੇ ਤੇ ਵੰਝੈ ਰੋਗਾਂ ਘਾਣ ਬਾਕੀ ਜਿੰਨੇ ਵੀ ਰੋਗਾਂ ਦਾ ਘਾਣ ਸਮੂਹ ਹੈ ਜਿੰਨੀਆਂ ਵੀ ਬਿਮਾਰੀਆਂ ਏ ਉਹ ਵੀ ਸਾਰੀਆਂ ਨਾਸ ਹੋ ਜਾਣ। ਕਹਿੰਦੇ ਪਹਿਲਾਂ ਆਪਣੇ ਅੰਦਰ ਦੇ ਰੋਗ ਜਿਹੜੇ ਆ ਨਾ ਇਹਨਾਂ ਨੂੰ ਦੂਰ ਕਰਨ ਦਾ ਯਤਨ ਕਰ। ਜਿਸ ਦਾਰੂ ਕੀਤਿਆ ਜਿਸ ਉਪਚਾਰ ਦਵਾਈ ਦੇ ਖਾਧਿਆ ਰੋਗ ਉੱਠਿਆ ਹੈ ਜਿਹੜਾ ਰੋਗ ਹੈ ਹਉਮੈ ਦਾ ਇਹ ਅੰਦਰੋਂ ਉੱਠ ਕੇ ਚਲਿਆ ਜਾਵੇ ਨਾਸ ਹੋ ਜਾਵੇ ਤੇ ਤਨ ਦੇ ਵਿੱਚ ਸੁਖ ਸਰੂਪ ਵਾਹਿਗੁਰੂ ਆ ਕੇ ਵਸ ਜਾਵੇ। ਇਹੋ ਜੀ ਦਵਾਈ ਪਹਿਲਾਂ ਆਪ ਖਾ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਦੇ ਕਹਿਣ ਦਾ ਭਾਵ ਇਹ ਸੀ ਵੀ ਹਰਦਾਸ ਵੈਦ ਪਹਿਲਾਂ ਤੂੰ ਆਪਣਾ ਤੇ ਹਉਮੈ ਦਾ ਰੋਗ ਦੂਰ ਕਰ ਲੈ ਆਪ ਤੇ ਤੂੰ ਬਿਮਾਰ ਹੈ ਤੇ ਦੂਜਿਆਂ ਨੂੰ ਕਹਿਣਾ ਵੀ ਮੈਂ ਠੀਕ ਕਰਦਾ ਹਾਂ। ਤਾਂ ਮਹਾਰਾਜ ਸਾਹਿਬ ਕਹਿੰਦੇ ਤੈਨੂੰ ਅਸੀਂ ਵੈਦ ਮੰਨਾਂਗੇ ਵੀ ਵਾਕਿਆ ਵੀ ਤੂੰ ਬੜਾ ਵੈਦ ਹੈ ਵੀ ਆਪ ਤਾਂ ਤੂੰ ਬਿਮਾਰ ਹੈ ਤੇ ਸਾਨੂੰ ਕਹਿੰਦਾ ਵੀ ਮੈਂ ਰੋਗ ਦੂਰ ਕਰਾਂਗਾ ਦਵਾਈ ਦੇ ਕੇ। ਇਹ ਗੁਰੂ ਨਾਨਕ ਸਾਹਿਬ ਦੇ ਹੀ ਸ਼ਲੋਕ ਦਾ ਗੁਰੂ ਅੰਗਦ ਦੇਵ ਮਹਾਰਾਜ ਨੇ ਅਰਥ ਕਰਕੇ ਸੁਣਾਇਆ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਹਰਦਿਆਸ ਵੈਦ ਤੇਰੇ ਅੰਦਰ ਸ਼ੁਰੂ ਤੋਂ ਹੀ ਮੁੱਢ ਤੋਂ ਹੀ ਜਨਮ ਤੋਂ ਹੀ ਹਉਮੈ ਦਾ ਰੋਗ ਤੈਨੂੰ ਚੰਬੜਿਆ ਹੈ। ਜਿਸ ਹਉਮੈ ਕਰਕੇ ਤੂੰ ਦੁਖੀ ਨਹੀਂ ਕੱਲਾ ਸਾਰੇ ਜਗਤ ਦੇ ਲੋਕ ਹੀ ਕਹਿੰਦੇ ਇਸ ਹਉਮੈ ਕਰਕੇ ਬੜੇ ਦੁਖੀ ਹਨ। ਇਹ ਜਿਹੜੀ ਹਉਮੈ ਹੈ ਜਗ ਦੇ ਵਿੱਚ ਵਾਰ-ਵਾਰ ਜੰਮਣਾ ਤੇ ਮਰਨਾ ਜੰਮਣ ਮਰਨ ਦਾ ਕਾਰਨ ਮੁੱਢ ਰੂਪੀ ਹਉਮੈ ਹੈ। ਤੇ ਇਹ ਜਿਹੜੇ ਹੋਰ ਕੋਈ ਦਵਾਈ ਦਾਰੂ ਕੀਤਿਆਂ ਜਾਂ ਜਿਵੇਂ ਜਲ ਧਾਰੇ ਕੀਤਿਆਂ ਵਰਤ ਰੱਖਿਆ ਬੜੀਆਂ ਕਬਰਾਂ ਦੇ ਜਾ ਕੇ ਨੱਕ ਰਗੜਿਆ ਇਹਨਾਂ ਯਤਨਾਂ ਦੇ ਨਾਲ ਇਹ ਹਉਮੈ ਦੀ ਬਿਮਾਰੀ ਠੀਕ ਨਹੀਂ ਹੁੰਦੀ। ਇਸ ਕਰਕੇ ਇਹ ਹਰਦਾਸ ਵੈਦ ਪਹਿਲਾਂ ਤੂੰ ਆਪਣੇ ਆਪ ਨੂੰ ਵੇਖ ਵੀ ਮੈਂ ਰੋਗੀ ਹਾਂ ਵੀ ਮੈਂ ਬਿਮਾਰ ਹਾਂ ਤੇ ਜੇ ਤੂੰ ਖੁਦ ਹੀ ਬਿਮਾਰ ਹੈ ਤੇ ਤੂੰ ਦੂਜਿਆਂ ਨੂੰ ਕਿਵੇਂ ਠੀਕ ਕਰੇਗਾ ਜਦੋਂ ਤੇਰੀ ਆਪਣੀ ਬਿਮਾਰੀ ਨਹੀਂ ਦੂਰ ਹੋਈ ਤੇ ਤੂੰ ਸਾਡਾ ਇਲਾਜ ਕਿਵੇਂ ਕਰੇਗਾ। ਜਿਸ ਦਵਾਈ ਦੇ ਨਾਲ ਹਉਮੈ ਦੀ ਬਿਮਾਰੀ ਦੂਰ ਹੁੰਦੀ ਹੈ ਤੇ ਅਵਚਲ ਕਦੀ ਵੀ ਨਾ ਜਾਣ ਵਾਲਾ ਸੁੱਖ ਜਿਹੜਾ ਹੈ ਉਹ ਆ ਕੇ ਤਨ ਦੇ ਵਿੱਚ ਮਨ ਦੇ ਵਿੱਚ ਵਸ ਜਾਂਦਾ ਏ। ਇਹ ਵੈਦ ਜੀ ਜੇ ਉਹ ਵਿਚਾਰ ਕੋਈ ਕਰੇ ਜੇ ਉਹ ਦਵਾਈ ਕੋਈ ਖਾਵੇ ਜਿਹਦੇ ਨਾਲ ਹਉਮੈ ਦੀ ਬਿਮਾਰੀ ਦੂਰ ਹੁੰਦੀ ਹੈ ਦੁੱਖ ਕੱਟਿਆ ਜਾਂਦਾ ਏ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਜਿਹੜਾ ਪਹਿਲਾਂ ਆਪਣੀ ਬਿਮਾਰੀ ਨੂੰ ਠੀਕ ਕਰ ਲੇ ਨਾ ਉਹ ਭਲਾ ਵੈਦ ਹੈ ਉਹ ਡਾਕਟਰ ਚੰਗਾ ਸਿਆਣਾ ਹੈ। ਆ ਜੰਮਣ ਮਰਨ ਤੋਂ ਮੁਕਤ ਹੋ ਜਾਵੇਗਾ ਇਹ ਮਾਨੋ ਵੀ ਅਰੋਗ ਹੋਣਾ ਹੈ ਇਹ ਤੰਦਰੁਸਤੀ ਹੈ ਹਉਮੈ ਅੰਦਰੋਂ ਕੱਟੀ ਜਾਏਗੀ ਨਾਸ ਹੋ ਜਾਏਗੀ ਤੇ ਜੰਮਣ ਮਰਨ ਤੋਂ ਰਹਿਤ ਹੋ ਕੇ ਮੁਕਤ ਹੋ ਜਾਏਗਾ। ਤੇ ਇੱਕ ਵਾਰ ਜੇ ਅੰਦਰੋਂ ਹਉਮੈ ਨਿਕਲ ਗਈ ਫਿਰ ਹੋਰ ਕੋਈ ਵੀ ਰੋਗ ਨਹੀਂ ਆ ਕੇ ਤੈਨੂੰ ਤੰਗ ਕਰੇਗਾ ਚੰਬੜੇਗਾ।
ਕੋ ਹਰਨੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਪਹਿਲਾਂ ਜਿਹੜੀ ਬਿਮਾਰੀ ਹੈ ਵੀ ਕੀ ਰੋਗ ਹੈ, ਇਹਦੀ ਜਿਹੜੀ ਪਰਖ ਕਰਨੀ ਤੇ ਫਿਰ ਉਸ ਰੋਗ ਨੂੰ ਪਰਖ ਕੇ ਉਹਨੂੰ ਦੂਰ ਕਰਨ ਦੇ ਲਈ, ਨਾਸ਼ ਕਰਨ ਦੇ ਲਈ ਜੋ ਦਵਾਈ ਖਾਣੀ ਹੈ। ਜੇ ਤੂੰ ਵਾਕਿਆ ਹੀ ਸਾਡੇ ਕੋਲ ਸੁਣਿਆ ਚਾਹੁੰਦਾ ਹੈ ਵੀ ਕਿਵੇਂ ਹਉਮੈ ਦੀ ਬਿਮਾਰੀ ਦੀ ਪਰਖ ਹੋਵੇ ਤੇ ਕਿਵੇਂ ਉਸ ਹਉਮੈ ਦਾ ਨਾਸ਼ ਹੋਵੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਆਪਣੇ ਦਿਲ ਦੀ ਖਾਸ਼ ਦੱਸ, ਤੈਨੂੰ ਦਸੀਏ ਤੈਨੂੰ ਕਿਹੜੇ ਕਿਹੜੇ ਰੋਗ ਬੰਦੇ ਨੂੰ ਤੰਗ ਕਰਦੇ ਆ ਤੇ ਕਿਵੇਂ ਠੀਕ ਹੋਈਦਾ ਹੈ। ਜੇ ਤੂੰ ਖਾਸ਼ ਕਰੇਗਾ, ਜੇ ਤੇਰੀ ਇੱਛਾ ਹੋਵੇਗੀ ਜਾਣਨ ਦੀ, ਜੇ ਤੂੰ ਸਾਨੂੰ ਕਹੇਗਾ ਵੀ ਦੱਸੋ ਮਹਾਰਾਜ, ਤਾਂ ਫਿਰ ਅਸੀਂ ਤੈਨੂੰ ਸਾਰਾ ਹੀ ਦੱਸਾਂਗੇ। ਜਦੋਂ ਹਰਦਾਸ ਵੈਦ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਏਦਾਂ ਦੇ ਅਗੰਮੀ ਬੋਲ ਸਰਵਣ ਕੀਤੇ ਵੀ ਬਿਮਾਰ ਤੇ ਤੂੰ ਹੈ ਤੇ ਰੋਗ ਸਾਡਾ ਲੱਭਦਾ ਫਿਰਦਾ ਏ, ਅਚਰਜ ਹੈਰਾਨ ਹੋ ਕੇ ਤੇ ਆਪਣੇ ਮਨ ਦੇ ਵਿੱਚ ਵਿਚਾਰਨ ਲੱਗਾ, ਸੋਚਣ ਲੱਗਾ। ਕਹਿੰਦਾ ਕੋਈ ਬੰਦਾ ਜਿਹੜਾ ਮੇਰੇ ਕੋਲ ਦਵਾਈ ਲੈਣ ਆਉਂਦਾ ਸੀ ਨਾ, ਉਹ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਉਸਤਤ ਕਰਦਾ ਹੁੰਦਾ ਸੀ ਵੀ ਉਹ ਕੋਈ ਅਵਤਾਰੀ ਪੁਰਖ ਹਨ। ਆਹ ਵੈਦ ਕਹਿਣ ਲੱਗਾ ਆਪਣੇ ਮਨ ਦੇ ਨਾਲ ਵਿਚਾਰ ਕਰਕੇ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ ਮੈਂ ਲੋਕਾਂ ਕੋਲ ਸੁਣਦਾ ਰਿਹਾ, ਅੱਜ ਇਹਨਾਂ ਦੇ ਦਰਸ਼ਨ ਵੀ ਕਰ ਲਏ ਆ ਤੇ ਕੰਨਾਂ ਦੇ ਨਾਲ ਬਚਨ ਸੁਣ ਵੀ ਲਏ ਹਨ। ਇਹ ਸੱਚ ਨਿਸ਼ਚੈ ਕਰਕੇ ਕਲਾਵਾਨ ਤੇ ਪਰਮੇਸ਼ਰ ਦਾ ਅਵਤਾਰ ਹੀ ਸੰਸਾਰ ਵਿੱਚ ਆਏ ਨੇ। ਇਹਦੇ ਭਾਗ ਜਾਗੇ ਤੇ ਵੈਦ ਕਹਿੰਦਾ ਕਿਉਂ ਨਾ ਮੈਂ ਇਹਨਾਂ ਦੇ ਕੋਲੋਂ ਪੁੱਛ ਹੀ ਲਵਾਂ, ਜਿਹਦੇ ਨਾਲ ਮੇਰਾ ਨਿਸਤਾਰਾ ਹੋਵੇ, ਮੈਨੂੰ ਉਪਦੇਸ਼ ਦੇ ਕੇ ਨਿਹਾਲ ਕਰ ਦੇਣਾ। ਸਿਆਣਾ ਵੈਦ ਜਿਹੜਾ ਹਰਦਾਸ ਸੀ, ਜਿਹਦੇ ਭਾਗ ਜਾਗੇ, ਐਨ ਵਿਚਾਰ ਕਰਕੇ ਤੇ ਫਿਰ ਕਹਿਣ ਲੱਗਾ। ਦੋਵੇਂ ਹੱਥ ਜੁੜ ਗਏ ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਬਚਨ ਬਾਣੀ ਕਹੀ ਇਸਨੇ। ਕਹਿੰਦਾ ਹੇ ਗੁਰੂ ਨਾਨਕ ਦੇਵ ਮਹਾਰਾਜ, ਕਰੋ ਕਿਰਪਾ, ਤੁਹਾਡੇ ਬਚਨ ਸੁਣਨ ਦੀ ਮੇਰੇ ਅੰਦਰ ਖਾਸ਼ ਪੈਦਾ ਹੋਈ ਹੈ, ਮੇਰੇ ਅੰਦਰ ਭਲਾਖਾ ਜਾਗ ਪਈ ਹੈ। ਜੇ ਮਹਾਰਾਜ ਦਰਖਤ ਨੂੰ ਪਾਣੀ ਲਾਈਏ ਤੇ ਉਹਦੀਆਂ ਟਹਿਣੀਆਂ ਵੱਧਦੀਆਂ ਨੇ ਨਾ, ਏਦਾਂ ਮੇਰੇ ਮਨ ਦੇ ਵਿੱਚ ਤੁਹਾਡੇ ਬਚਨ ਸੁਣਨ ਦੀ ਖਾਸ਼ ਪੈਦਾ ਹੋਈ ਹੈ, ਵੱਧ ਗਈ ਹੈ। ਪਾਤਸ਼ਾਹ ਜੀਓ ਕਿਰਪਾ ਕਰੋ, ਮੇਰੇ ਤੇ ਤਰਸ ਕਰੋ ਤੇ ਸਾਰਾ ਬਿਰਤਾਂਤ ਖੋਲ ਕੇ ਦੱਸੋ, ਸਾਰੀ ਗੱਲ ਸਮਝਾਓ ਵੀ ਸਾਨੂੰ ਅੰਦਰੋਂ ਹੀ ਬਿਮਾਰੀਆਂ ਕਿਹੜੀਆਂ ਤੇ ਦੂਰ ਕਿਵੇਂ ਹੁੰਦੀਆਂ ਨੇ। ਮਹਾਰਾਜ ਮੈਨੂੰ ਸਾਰਾ ਹੀ ਆਪ ਜੀ ਉਪਦੇਸ਼ ਸਮਝਾਓ, ਜਿਹਦੇ ਨਾਲ ਮੇਰੇ ਮਨ ਦੇ ਅੰਦਰ ਸ਼ਾਂਤੀ ਆ ਜਾਵੇ। ਕਮਲ ਵਰਗਾ ਸੋਹਣਾ ਜਿਨ੍ਹਾਂ ਦਾ ਮੁਖ ਹੈ, ਗੁਣਾ ਦੇ ਘਰ ਮਹਾਰਾਜ ਕਰਨਾ ਦੇ ਵਿੱਚ ਕਰੁਣਾ ਰਸ ਭਾਵ ਮੇਰ ਦੇ ਘਰ ਵਿੱਚ ਆ ਕੇ ਬੋਲੇ। ਬੜੇ ਹੀ ਸ੍ਰੇਸ਼ਟ, ਬਹੁਤ ਹੀ ਕੋਮਲ ਤੇ ਬੜੇ ਸੁੰਦਰ ਭਜਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੋਲੇ ਹਨ। ਪਾਤਸ਼ਾਹ ਕਹਿਣ ਲੱਗੇ ਵੀ ਜਿਹੜੀ ਇਹ ਤਨ ਦੇ ਨਾਲ ਸੰਬੰਧਿਤ ਹਉਮੈ ਤੇ ਮਮਤਾ ਲੱਗੀ ਹੋਈ ਹੈ ਨਾ ਜੀਵਾਂ ਨੂੰ ਘਨੇਰੀ, ਵੀ ਇੱਕ ਮੈਂ ਫਲਾਨਾ ਸਿਉ ਹੈ ਤੇ ਆ ਫਲਾਣੇ ਫਲਾਣੇ ਮੇਰੇ ਹਨ। ਇਹ ਜਿਹੜੀ ਹੰਗਤਾ ਤੇ ਮਮਤਾ ਮੈਂ ਤੇ ਮੇਰੀ ਚੰਬੜੀ ਹੋਈ ਹੈ ਸਰੀਰ ਨੂੰ। ਇਹ ਹਉਮੈ ਇਹ ਮਮਤਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਭ ਬਿਮਾਰੀਆਂ ਦਾ ਮੁੱਢ ਹੈ। ਜਿਵੇਂ ਇੱਕ ਬਿਮਾਰੀ ਤੋਂ ਬਾਕੀ ਅਗਲੀਆਂ ਬਿਮਾਰੀਆਂ ਸਾਰੀਆਂ ਆਪਣੇ ਆਪ ਬਣਦੀਆਂ ਜਾਂਦੀਆਂ ਨੇ, ਏਦਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੈਰ ਜੇ ਜਿਹੜੀ ਸਰੀਰ ਦੀ ਹਉਮੈ ਹੈ, ਹੰਗਤਾ ਮਮਤਾ ਹੈ, ਮੈਂ ਮੇਰੀ ਹੈ ਨਾ ਬੰਦੇ ਦੇ ਅੰਦਰ, ਇਹ ਬਾਕੀ ਜਿੰਨੀਆਂ ਵੀ ਬਿਮਾਰੀਆਂ ਨੇ ਉਹਨਾਂ ਦਾ ਮੁੱਢ ਹੈ। ਹਉਮੈ ਤੋਂ ਹੀ ਸਾਰੇ ਰੋਗ ਬਣਦੇ ਹਨ। ਇਸ ਕਰਕੇ ਇਹ ਹਉਮੈ ਨੂੰ ਦੂਰ ਕਰਨ ਦੇ ਲਈ ਜਿਹੜੀ ਆਤਮਾ ਹੈ ਉਹਨੂੰ ਆਪਣੇ ਸਰੀਰ ਨਾਲੋਂ ਨਿਆਰਾ ਸਮਝ। ਅਸਲ ਵਿੱਚ ਬੰਦਾ ਆਪਣੀ ਦੇਹ ਨੂੰ ਸਮਝਦਾ ਵੀ ਇਹ ਮੈਂ ਹਾਂ, ਪਰ ਇਹ ਤੂੰ ਸਮਝ ਲੈ ਵੀ ਜਿਵੇਂ ਤੀਸਰੇ ਪਾਤਸ਼ਾਹ ਦਾ ਬਚਨ ਹੈ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਦਾਂ ਦਾ ਉਪਦੇਸ਼ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਰਹੇ ਵੀ ਸਰੀਰ ਤੇਰਾ ਅਸਲੀ ਰੂਪ ਨਹੀਂ ਹੈ, ਇਹਦੇ
ਸੜਦਾ ਬਲਦਾ ਜੰਮਦਾ ਮਰਦਾ ਰਹਿੰਦਾ ਏ। ਤੇਰਾ ਅਸਲੀ ਸਰੂਪ ਆਤਮਾ ਏ ਤੇ ਆਤਮਾ ਤੇਰੇ ਸਰੀਰ ਨਾਲੋਂ ਵੱਖਰਾ ਏ, ਤੂੰ ਜਾਣ ਲੈ। ਚੇਤਨ ਜੜ ਦੀ ਕੇਂਦਰ ਧਾਰੋ। ਆਤਮਾ ਚੇਤਨ ਹੈ, ਇਹਦੇ ਵਿੱਚ ਸ਼ਕਤੀ ਹੈ। ਸਰੀਰ ਜੜ ਹੈ, ਇਹ ਕਹਿੰਦੇ ਵੀ ਨਿਸ਼ਚਾ ਕਰ ਲੈ ਵੀ ਸਰੀਰ ਜੜ ਹੈ, ਇਹਦੇ ਅੰਦਰ ਆਤਮਾ ਚੇਤਨ ਸ਼ਕਤੀ ਕਰਕੇ ਹੀ ਤੁਰਦਾ ਫਿਰਦਾ ਹੈ ਨਾ। ਜਦੋਂ ਰੱਬ ਦੀ ਜੋਤ ਵਿੱਚੋਂ ਨਿਕਲ ਜਾਏ ਫਿਰ ਇਹ ਮੁਰਦਾ ਹੁੰਦਾ। ਸਰੀਰ ਜੜ ਹੈ, ਆਪਣੇ ਆਪ ਕੁਝ ਨਹੀਂ ਕਰ ਸਕਦਾ ਤੇ ਆਤਮਾ ਚੇਤਨ ਹੈ, ਇਹ ਵੀ ਨਿਸ਼ਚਾ ਕਰ ਲਾ। ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਵੀ ਜਾਣ ਵੀ ਆਤਮਾ ਨਿਰਵਿਕਾਰ ਹੈ। ਸਰੀਰ ਸਾਡਾ ਵਿਕਾਰੀ ਹੈ। ਨਿਰਵਿਕਾਰ ਤੋਂ ਭਾਵ ਹੁੰਦਾ ਵੀ ਜਿਹੜਾ ਇੱਕ ਰਸ ਰਵੇ, ਇੱਕੋ ਜਿਹਾ ਰਵੇ, ਤੇ ਵਿਕਾਰ ਤੋਂ ਭਾਵ ਹੈ ਵੀ ਜਿਹੜਾ ਬਦਲਦਾ ਰਵੇ। ਜਿੱਦਾਂ ਸਾਡਾ ਸਰੀਰ ਇੱਕੋ ਜਿਹਾ ਥੋੜਾ ਰਹਿੰਦਾ ਹੈ। ਇਹ ਪਹਿਲਾਂ ਬਾਲਕ ਸਰੂਪ ਸੀ, ਫਿਰ ਥੋੜਾ ਕਿਸ਼ੋਰ ਹੋਇਆ, ਫਿਰ ਜਵਾਨ ਹੋਇਆ, ਫਿਰ ਪ੍ਰੋਢੇ ਆਈ, ਫਿਰ ਬੁਢੇਪੇ ਦੇ ਨੇੜੇ ਦੀ ਆਈ ਉਮਰ, ਫਿਰ ਬੁਢੇਪਾ ਆਇਆ। ਪਹਿਲਾਂ ਵਾਲ ਕਾਲੇ ਸੀ, ਫਿਰ ਚਿੱਟੇ ਹੋਏ, ਪਹਿਲਾਂ ਸੋਹਣਾ ਲੱਗਦਾ ਸੀ, ਫਿਰ ਝੁਰੜੀਆਂ ਪਈਆਂ। ਇਹ ਦੇਹ ਵਿਕਾਰੀ ਹੈ। ਪਰ ਜਿਹੜਾ ਸਾਡਾ ਅਸਲ ਸਰੂਪ ਹੈ ਨਾ ਆਤਮਾ, ਉਹ ਨਿਰਵਿਕਾਰ ਹੈ ਅਤੇ ਉਹਨੂੰ ਜਾਣਿਆ ਸੰਗਾ। ਫਿਰ ਜਾਣ ਵੀ ਉਹ ਅਸੰਗ ਹੈ। ਇਹ ਨਹੀਂ ਵੀ ਜੇ ਸਰੀਰ ਬੰਦੇ ਦਾ ਪਾਪ ਕਰਦਾ ਵੀ ਉਹ ਆਤਮਾ ਨੂੰ ਲੱਗਣਗੇ, ਉਹ ਨਿਰਲੇਪ ਰਹਿੰਦਾ ਹੈ, ਨਿਆਰਾ ਰਹਿੰਦਾ ਹੈ। ਇਸ ਕਰਕੇ ਜਿਹੜਾ ਇਹ ਭਰਮ ਭੁਲੇਖਾ ਜਿਹਾ ਪਿਆ ਹੈ ਨਾ ਵੀ ਮੈਂ ਦੇਹ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਪਹਿਲਾਂ ਇਹ ਜਿਹੜਾ ਭਰਮ ਤੋੜ ਦੇ, ਫਿਰ ਆਪਣੇ ਆਪ ਤੇਰੇ ਅੰਦਰੋਂ ਹਉਮੈ ਵੀ ਨਾਸ਼ ਹੋ ਜਾਵੇਗੀ। ਹਉਮੈ ਦਾ ਰੋਗ, ਮਮਤਾ ਦਾ ਰੋਗ ਖਤਮ ਹੋ ਜਾਵੇਗਾ। ਫਿਰ ਇਹ ਤੋਂ ਇਲਾਵਾ ਹੋਰ ਵੀ ਬਿਮਾਰੀਆਂ ਨੇ। ਉਹ ਬਿਮਾਰੀਆਂ ਕਿਹੜੀਆਂ ਨੇ? ਕਹਿੰਦੇ ਵੀ ਜਿਹੜਾ ਪਰਾਏ ਦਾ ਕੋਈ ਚੰਗਾ ਗੁਣ ਵੇਖਣਾ, ਪਰਾਏ ਦੇ ਕੋਲ ਚੰਗੀ ਧਨ ਮਾਇਆ ਵੇਖਣੀ ਅਤੇ ਕਿਸੇ ਦੂਸਰੇ ਬੰਦੇ ਦੀ ਪ੍ਰਸ਼ੰਸਾ ਸੁਣ ਲੈਣੀ ਵੀ ਉਹਦੀ ਕੋਈ ਪ੍ਰਸ਼ੰਸਾ ਕਰਦਾ ਹੋਵੇ ਵੀ ਫਲਾਨਾ ਦੇ ਬਹੁਤ ਹੀ ਕਹਿੰਦੇ ਵੀ ਗੁਣੀ ਗਿਆਨੀ ਆ, ਫਲਾਨਾ ਦੇ ਬਹੁਤ ਮਹਾਨ ਹੈ। ਕਹਿੰਦੇ ਵੀ ਇਹ ਤਿੰਨ ਚੀਜ਼ਾਂ, ਕਿਸੇ ਦਾ ਚੰਗਾ ਗੁਣ ਵੇਖ ਕੇ, ਕਿਸੇ ਕੋ ਮਾਇਆ ਵੇਖ ਕੇ ਤੇ ਕਿਸੇ ਦੀ ਪ੍ਰਸ਼ੰਸਾ ਹੁੰਦੀ ਵੇਖ ਕੇ, ਜਿਹੜਾ ਇਹ ਜਰਿਆ ਨਹੀਂ ਨਾ ਜਾਂਦਾ ਕਿਸੇ ਕੋਲ ਪਰਾਏ ਦੇ ਗੁਣ, ਪਰਾਏ ਦਾ ਧਨ ਤੇ ਪਰਾਏ ਦੀ ਪ੍ਰਸ਼ੰਸਾ ਨਹੀਂ ਨਾ ਸਹਾਰ ਹੁੰਦੇ। ਇਹ ਸਮਝ ਲਓ ਵੀ 105 ਬੁਖਾਰ ਹੀ ਚੜਿਆ ਹੋਇਆ ਏ। ਜੇ ਆਪਾਂ ਕਿਸੇ ਦਾ ਗੁਣ ਸੁਣ ਲਈਏ, ਜੇ ਕਿਸੇ ਕੋ ਧਨ ਬਹੁਤਾ ਸੁਣ ਲਈਏ, ਜੇ ਕਿਸੇ ਦੀ ਕਿਤੇ ਪ੍ਰਸ਼ੰਸਾ ਹੁੰਦੀ ਵੇਖ ਲਈਏ, ਤੇ ਕਹਿੰਦੇ ਜਿਹੜਾ ਅੰਦਰ ਸਾੜਾ ਵਾਲਾ ਜਿਹਾ ਹੁੰਦਾ ਹੈ ਨਾ, ਬੰਦਾ ਸੜਦਾ ਵੱਧਦਾ ਏ। ਇਹ ਸਮਝ ਲਓ ਵੀ ਤਾਪ ਚੜਿਆ ਹੋਇਆ ਏ, ਬੁਖਾਰ ਚੜਿਆ ਹੋਇਆ ਏ। ਤੇ ਕਹਿੰਦੇ ਵੀ ਬਿਨਾਂ ਸੰਸ਼ੇ ਦੇ ਜਾਣ ਲਓ ਵੀ ਜਿਹੜੀ ਇਹ ਬਿਮਾਰੀ ਹੈ, ਤੇ ਇਹ ਬਿਮਾਰੀ ਦੂਰ ਕਿਵੇਂ ਹੋਵੇ? ਉਹਦਾ ਉਪਚਾਰ ਕਹਿੰਦੇ ਦੱਸਦੇ ਆ ਵੀ ਜਿੰਨੇ ਵੀ ਜੀਵ ਹੈ ਨਾ ਸੰਸਾਰ ਦੇ, ਉਹਨਾਂ ਦੇ ਨਾਲ ਮਿੱਤਰਾਂ ਵਾਲਾ ਵਿਹਾਰ ਕਰਨਾ। ਇਹਨੂੰ ਕਹਿੰਦੇ ਮੈਤਰੀ ਭਾਵ। ਜਿੱਦਾਂ ਆਪਾਂ ਆਪਣੇ ਬਿਲਕੁਲ ਕੋਈ ਸੱਜਣ ਪਿਆਰੇ ਹੋਣ, ਉਹਨਾਂ ਨਾਲ ਪਿਆਰ ਦੇ ਤੇ ਉਹਨਾਂ ਨਾਲ ਉਹਨਾਂ ਦੀ ਚੰਗੀ ਸੋਚ, ਉਹਨਾਂ ਦੇ ਲਈ ਭਲਾ ਸੋਚਦੇ ਹੈ। ਗੁਰੂ ਸਾਹਿਬ ਕਹਿੰਦੇ ਸਾਰੀ ਦੁਨੀਆ ਦੇ ਨਾਲ ਮੈਤਰੀ ਭਾਵ ਕਰੇ। ਇਹ ਜਿਹੜਾ ਤਾਪ ਚੜਿਆ ਹੈ ਨਾ, ਪਰਾਏ ਦੇ ਗੁਣ ਵੇਖ ਕੇ ਸੜਨਾ, ਪਰਾਏ ਦੀ ਮਾਇਆ ਵੇਖ ਕੇ ਸੜੀ ਜਾਣਾ, ਕਿਸੇ ਦੀ ਪ੍ਰਸ਼ੰਸਾ, ਵਡਿਆਈ, ਮਹਾਨਤਾ ਵੇਖ ਕੇ ਸੜੀ ਜਾਣਾ। ਕਹਿੰਦੇ ਵੀ ਇਹ ਤਾਪ ਤੋਂ ਬਚਿਆ ਜਾ ਸਕਦਾ ਹੈ ਜੇ ਮੈਤਰੀ ਭਾਵ ਕਰੇ। ਇਹ ਦਵਾਈ ਹੈ ਤੇ ਅੰਦਰੋਂ ਤਾਪ ਨਾਸ਼ ਕਰ ਦਿੰਦੀ ਹੈ। ਜਿਵੇਂ ਬੰਦਾ ਆਪਣੇ ਮਿੱਤਰਾਂ ਨੂੰ ਕੋਈ ਸੁੱਖ ਆਇਆ ਵੇਖ ਕੇ ਸੁਖੀ ਹੁੰਦਾ ਹੈ ਨਾ ਵੀ ਚਲੋ ਮੇਰਾ ਹੀ ਮਿੱਤਰ ਹੈ, ਮੇਰੇ ਹੀ ਕੰਮ ਆਉਣਾ ਹੈ। ਇਹੋ ਜਿਹੀ ਬਿਰਤੀ ਮਹਾਰਾਜ ਕਹਿੰਦੇ ਸਾਰਿਆਂ ਨਾਲ ਰੱਖੋ। ਕਿਸੇ ਦਾ ਗੁਣ ਵੇਖ ਕੇ, ਕਿਸੇ ਦੀ ਮਾਇਆ, ਕਿਸੇ ਦੀ ਵਡਿਆਈ ਵੇਖ ਕੇ ਸੜਿਆ ਨਾ ਕਰੋ, ਸਗੋਂ ਖੁਸ਼ ਹੋਇਆ ਕਰੋ। ਅਤੇ ਇਸ ਤੋਂ ਇਲਾਵਾ ਫਿਰ ਹੋਰ ਬਿਮਾਰੀ ਕਿਹੜੀ ਹੈ? ਵੀ ਜਿਹੜਾ ਆਪਣੇ ਗੁਣਾਂ ਬਾਰੇ, ਵੀ ਆਪਣੇ ਧਨ ਬਾਰੇ ਤੇ ਆਪਣੇ ਜਸ ਬਾਰੇ ਲੋਕਾਂ ਨੂੰ ਦੱਸਣਾ। ਵੀ ਮਾਇਆ ਕਿਸੇ ਕੋ ਹੋਵੇ, ਕਹਿਣਾ ਵੀ ਮੇਰੇ ਕੋ ਬੜੀ ਮਾਇਆ। ਜੇ ਕੋਈ ਆਪਣੇ 'ਚ ਗੁਣ ਹੋਣਾ ਤੇ ਲੋਕਾਂ ਨੂੰ ਦੱਸਦੇ ਫਿਰਨਾ ਵੀ ਮੇਰੇ 'ਚ ਆਹ ਗੁਣ ਹੈ, ਮੇਰੇ 'ਚ ਆਹ ਵਡਿਆਈਆਂ, ਵੀ ਮੇਰਾ ਜਸ ਹੋਵੇ। ਇਹ ਹੈ
ਜੀਰਨ ਤੇ ਫਿਰ ਮਾਣ ਹੰਕਾਰ ਕਰਨਾ ਆਪਣੇ ਗੁਣਾਂ ਦਾ, ਆਪਣੇ ਧਨ ਦਾ, ਆਪਣੇ ਜਸ ਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਵੀ ਇਹ ਬੜਾ ਵੱਡਾ ਅਜੀਰਨ ਰੋਗ ਹੈ, ਇਹ ਪੁਰਾਣਾ ਰੋਗ ਹੈ। ਜਿਵੇਂ ਅਪਚਾਰਾ ਹੋ ਜਾਵੇ ਨਾ, ਕਿਸੇ ਨੂੰ ਕੁਝ ਖਾਧਾ ਪੀਤਾ ਨਾ ਪਚੇ, ਇਹ ਕਹਿੰਦੇ ਵੀ ਇਦਾਂ ਖਾਧਾ ਪੀਤਾ ਨਾ ਪਚਣ ਵਾਲੀ ਇੱਕ ਪੁਰਾਣੀ ਬਿਮਾਰੀ ਹੈ ਵੀ ਜੇ ਧਨ ਜੇ ਗੁਣ ਕੋਈ ਵਡਿਆਈ ਹੋ ਗਈ ਹੈ ਤੇ ਉਹਨੂੰ ਜਰ ਨਹੀਂ ਸਕਣਾ, ਤੇ ਸਗੋਂ ਮਾਣ ਹੰਕਾਰ ਕਰਨਾ ਵੀ ਮੇਰੇ ਵਰਗਾ ਕੌਣ ਹੈ। ਇਹ ਰੋਗ ਕਿਵੇਂ ਦੂਰ ਹੁੰਦਾ? ਪਾਤਸ਼ਾਹ ਕਹਿੰਦੇ ਵੀ ਇਹ ਜਾਣੇ ਵੀ ਇਹ ਸਭ ਰੱਬ ਦੀਆਂ ਵਡਿਆਈਆਂ। ਜੇ ਉਹ ਆਖੇ ਵੀ ਤੁਸੀਂ ਬੜੇ ਗੁਣੀ ਹੋ, ਆਖੇ ਵੀ ਮਹਾਰਾਜ ਦੀ ਕਿਰਪਾ। ਜੇ ਕੋਈ ਆਖੇ ਵੀ ਤੁਹਾਡੇ ਕੋਲ ਬਹੁਤ ਮਾਇਆ, ਕਹਿੰਦੇ ਸਤਿਗੁਰਾਂ ਹੀ ਬਖਸ਼ਿਆ। ਜੇ ਕੋਈ ਆਖੇ ਤੁਹਾਡਾ ਤੇ ਬੜਾ ਜਸ ਹੁੰਦਾ, ਕਹਿੰਦੇ ਪਾਤਸ਼ਾਹ ਦੇ ਕਰਕੇ ਹੀ ਹੈ, ਉਹਦਾ ਅਸੀਂ ਕੀ ਡਕਾਉਣ ਹੈ। ਇਦਾਂ ਸਾਰੀ ਰੱਬ ਦੀ ਵਡਿਆਈ ਜਾਣੇ, ਕਦੀ ਆਪਣੇ ਗੁਣ, ਆਪਣੀ ਮਾਇਆ ਤੇ ਆਪਣੇ ਜਸ ਦਾ ਹੰਕਾਰ ਨਾ ਕਰੇ। ਇਹ ਬਿਮਾਰੀ ਤੋਂ ਜੇ ਬਚਣਾ ਹੈ ਤੇ ਵਾਹਿਗੁਰੂ ਦੀਆਂ ਵਡਿਆਈਆਂ ਸਮਝੇ ਸਭ। ਤੇ ਜਿੰਨੀਆਂ ਵਡਿਆਈਆਂ ਇਹ ਵਾਹਿਗੁਰੂ ਦੀਆਂ ਨੇ, ਇਹ ਸਮਝਦੇ ਹੋਇਆਂ ਨਾਲ ਦਿਲ ਦੇ ਵਿੱਚ ਗਰੀਬੀ ਰੱਖੇ, ਨਿਮਰਤਾ ਰੱਖੇ। ਇਹ ਮਾਨੋ ਵੀ ਚੂਰਨ ਹੈ। ਇਹ ਦੇਸੀ ਦਵਾਈਆਂ ਹੁੰਦੀਆਂ ਸੀ ਨਾ, ਜੋ ਚੂਰਨ ਹੋਵੇ, ਕੁਝ ਪੇਟ ਦੇ ਜਿਹੜੇ ਰੋਗ ਹੁੰਦੇ ਉਹਨਾਂ ਵਾਸਤੇ ਇਹ ਫੱਕੀ ਆਦਿਕ ਚੂਰਨ ਆਦਿਕ ਦਿੱਤਾ ਜਾਂਦਾ ਹੈ। ਤੇ ਇਹ ਮਹਾਰਾਜ ਜੀ ਕਹਿੰਦੇ ਜੋ ਨਿਮਾਨਤਾ ਰੱਖਣੀ ਹੈ, ਇਹ ਮਾਨੋ ਵੀ ਇਸ ਬਿਮਾਰੀ ਨੂੰ ਦੂਰ ਕਰਨ ਦੇ ਲਈ ਇੱਕ ਚੂਰਨ ਦੀ ਨਿਆਈ ਹੈ। ਤੇ ਫਿਰ ਜਦੋਂ ਨਿਮਰਤਾ 'ਚ ਰਵਾਂਗੇ ਤੇ ਹਰੀ ਦਾ ਸਿਮਰਨ ਕਰਨ ਦੇ ਵਿੱਚ ਰੁਚੀ ਜੁੜ ਜੇਗੀ, ਬਿਰਤੀ ਵਾਹਿਗੁਰੂ ਦੇ ਨਾਮ ਦੇ ਵਿੱਚ ਲੱਗ ਜਾਵੇਗੀ। ਜੇ ਬਿਮਾਰੀ ਦੂਰ ਹੋਵੇ ਤੇ ਬੰਦੇ ਨੂੰ ਭੁੱਖ ਲੱਗਦੀ ਹੈ ਨਾ, ਤੇ ਸਮਝ ਲੈਂਦੇ ਵੀ ਇਹ ਠੀਕ ਹੋ ਗਿਆ। ਡਾਕਟਰ ਪਹਿਲਾਂ ਹੀ ਪੁੱਛਦੇ ਆ ਵੀ ਇਹ ਦੱਸੋ ਵੀ ਭੁੱਖ ਤੇ ਪਿਆਸ ਕਿੱਦਾਂ ਦੀ ਲੱਗਦੀ। ਜੇ ਆਖੇ ਠੀਕ ਹੈ ਤੇ ਕਹਿੰਦੇ ਬਸ ਹੁਣ ਗੱਲ ਬਣ ਗਈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਰੱਬ ਦੇ ਨਾਮ ਦੇ ਵਿੱਚ ਲਿਵ ਲੱਗਣ ਲੱਗ ਪਏ, ਸਿਮਰਨ 'ਚ ਧਿਆਨ ਜੁੜ ਜੇ, ਤੇ ਸਮਝ ਲਓ ਵੀ ਆਪਣੇ ਗੁਣ ਧਨ ਦੇ ਜਿਹੜਾ ਜਸ ਦੀ ਵਡਿਆਈ ਦਾ ਰੋਗ ਲੱਗਾ ਸੀ, ਉਹ ਰੋਗ ਦੂਰ ਹੋ ਗਿਆ। ਤੇ ਹੁਣ ਭੁੱਖ ਲੱਗੇਗੀ ਵੀ ਮੈਂ ਸੰਗਤ ਨਾਲ ਮਿਲ ਕੇ ਤੇ ਬਾਣੀ ਪੜਾਂ, ਹੋਰ ਬਾਣੀ ਪੜਾਂ, ਹੋਰ ਨਾਮ ਜਪ ਲਵਾਂ, ਘੜੀ ਘੋਰ ਸੰਗਤ ਵਿੱਚ ਬਹਿ ਜਾਵਾਂ, ਏਦਾਂ ਦੀ ਭੁੱਖ ਫਿਰ ਲੱਗੇਗੀ। ਇਹ ਤੋਂ ਇਲਾਵਾ ਸਾਹਿਬ ਕਹਿੰਦੇ ਜੋ ਵਿਸ਼ਿਆਂ ਦੀ ਵਾਸ਼ਨਾ ਤੇ ਤ੍ਰਿਸ਼ਨਾ ਹੈ ਨਾ ਬੰਦੇ ਦੇ ਅੰਦਰ, ਇਹ ਸਮਝ ਲਓ ਵੀ ਇਹਨੂੰ ਖੰਘ ਦਾ ਰੋਗ ਲੱਗਾ ਹੈ। ਜੇ ਖੰਘ ਪਹਿਲਾਂ ਥੋੜੀ ਜਿਹੀ ਆਉਂਦੀ ਹੈ, ਫਿਰ ਵੱਧਦੀ ਜਾਂਦੀ, ਫਿਰ ਉੱਥੋਂ ਤੀਕਰ ਕੰਮ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਵਿਸ਼ਿਆਂ ਦੀ ਵਾਸ਼ਨਾ ਤੇ ਤ੍ਰਿਸ਼ਨਾ ਦੀ ਖੰਘ ਬੰਦੇ ਦੇ ਅੰਦਰ ਨਿਤ ਪ੍ਰਤ ਵੱਧਦੀ ਜਾਂਦੀ ਹੈ, ਕਦੀ ਵੀ ਕਹਿੰਦੇ ਘਟਦੀ ਨਹੀਂ, ਨਾਸ਼ ਨਹੀਂ ਹੁੰਦੇ। ਤੇ ਇਹ ਕਿੱਦਾਂ ਠੀਕ ਹੋਵੇਗਾ ਰੋਗ? ਫਿਰ ਜਿਹੜੀ ਇਹ ਤ੍ਰਿਸ਼ਨਾ ਤੇ ਵਿਸ਼ਿਆਂ ਦੀ ਵਾਸ਼ਨਾ ਰੂਪੀ ਖੰਘ ਹੈ, ਕਹਿੰਦੇ ਇਹਨੂੰ ਠੀਕ ਕਰਨ ਦੇ ਲਈ ਪਹਿਲਾਂ ਤਾਂ ਜਾਣੇ ਵੀ ਜਗਤ ਦੇ ਸਾਰੇ ਪਦਾਰਥ ਮਿਥਿਆ ਨੇ, ਇਹ ਸਾਰਾ ਕੁਝ ਨਾਸ਼ ਹੋ ਜਾਣਾ ਹੈ। ਕਹਿੰਦੇ ਜੋ ਪਦਾਰਥਾਂ ਨੂੰ ਸਰੀਰਾਂ ਨੂੰ ਮਿਥਿਆ ਜਾਣਨਾ ਹੈ ਨਾ, ਜਿਹਦੇ ਨਾਲ ਵਾਸ਼ਨਾ ਸੀ ਉਹ ਸਰੀਰ ਨੂੰ ਮਿਥਿਆ ਜਾਣੇ, ਜਿਹੜੇ ਪਦਾਰਥਾਂ ਦੀ ਤ੍ਰਿਸ਼ਨਾ ਸੀ ਉਹ ਪਦਾਰਥਾਂ ਨੂੰ ਮਿਥਿਆ ਜਾਣੇ। ਤੇ ਇਸ ਖੰਘ ਨੂੰ ਦੂਰ ਕਰਨ ਦੇ ਲਈ ਇਹ ਸਮਝ ਲਓ ਵੀ ਚਟਣੀ ਹੈ। ਕੁਝ ਦਵਾਈਆਂ ਇਦਾਂ ਦੀਆਂ ਸੀ ਵੀ ਜਿਹਨੂੰ ਘੋਟ ਕੇ ਤੇ ਜਿਵੇਂ ਅੱਜ ਕੱਲ੍ਹ ਚਵਨਪ੍ਰਾਸ਼ ਬਣਾਇਆ ਜਾਂਦਾ ਨਾ, ਵੀ ਇਦਾਂ ਚੱਟਣ ਵਾਲੀ ਦਵਾਈ, ਜਿਵੇਂ ਅੱਜ ਕੱਲ੍ਹ ਪੀਣ ਵਾਲੀਆਂ ਦਵਾਈਆਂ ਹੁੰਦੀਆਂ, ਵੀ ਇਹ ਚੱਟਣ ਵਾਲੀ ਦਵਾਈ ਹੈ, ਇਹਦੇ ਨਾਲ ਖੰਘ ਨਾਸ਼ ਹੋ ਜਾਵੇਗੀ, ਭਾਵ ਤ੍ਰਿਸ਼ਨਾ ਦੇ ਵਿਸ਼ਿਆਂ ਦੀ ਵਾਸ਼ਨਾ ਖਤਮ ਹੋ ਜਾਵੇਗੀ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਹਰਦਾਸ ਵੈਦ ਜੀ ਇੱਕ ਹੋਰ ਵੀ ਬਿਮਾਰੀ ਹੈ, ਜਿਹੜਾ ਕਾਮ ਕ੍ਰੋਧ ਤੇ ਮੋਹ ਹੈ ਨਾ, ਇਹ ਤ੍ਰਿਦੋਖੂ ਨੇ, ਭਾਵ ਵੀ ਇਹ ਤਿੰਨੇ ਹੀ, ਜਿਹਨੂੰ ਵਾਯੂ ਕਫ ਤੇ ਪਿੱਤ, ਇਹ ਤਿੰਨੇ ਹੀ ਵਿਗੜੇ ਆ। ਜਦੋਂ ਤਿੰਨੇ ਵਿਗੜ ਜਾਣ ਨਾ ਇਕੱਠੇ, ਉਹਨੂੰ ਸੰਨਪਾਤ ਰੋਗ ਕਹਿੰਦੇ ਆ। ਕਿਉਂਕਿ ਜੇ ਵਾਈ ਵਧੀ ਹੋਵੇ ਤੇ ਵੈਦ ਗਰਮ ਦਵਾਈ ਦੇ ਕੇ ਉਹਨੂੰ ਠੀਕ ਕਰਦੇ ਆ, ਜੇ ਗਰਮੀ ਵਧੀ ਹੋਵੇ ਠੰਡੀ ਦਵਾਈ ਦੇ ਕੇ ਠੀਕ ਕਰ ਦਿੰਦੇ ਆ। ਇਦਾਂ ਹੀ ਬਲਗਮ ਨੂੰ, ਪਰ ਜਦੋਂ ਤਿੰਨੇ ਚੀਜ਼ਾਂ ਹੀ ਵੱਧ ਜਾਣ ਵਿਗੜ ਜਾਣ ਫਿਰ ਔਖਾ ਹੋ ਜਾਂਦਾ, ਉਹਨੂੰ ਕਹਿੰਦੇ ਸੰਨਪਾਤ। ਕਹਿੰਦੇ ਜੋ ਕਾਮ ਕ੍ਰੋਧ ਇਹ ਜੀਵਾਂ ਦੇ ਅੰਦਰ ਮੋਹ ਵਧਿਆ ਹੋਇਆ ਹੈ ਨਾ, ਇਹ ਤੇ ਸਮਝ ਲਓ ਵੀ ਸੰਨਪਾਤ ਦਾ ਰੋਗ ਲੱਗਾ ਹੈ।
ਸੁਖ ਜਿਸ ਬਿਮਾਰੀ ਨੇ ਸਭ ਜੀਵਾਂ ਦੀ ਜਿਹੜੀ ਪਰਮੇਸ਼ਰ ਦੀ ਭਗਤੀ ਵਾਲੀ ਸੋਝੀ ਸੀ ਉਹ ਖਤਮ ਹੀ ਕਰਤੀ। ਪਰਮੇਸ਼ਰ ਦਾ ਨਾਮ ਜਪਣ ਵਾਲੀ ਸੁੱਧ ਬੋਧੀ ਮਾਰ ਦਿੱਤੀ ਹੈ। ਸਤਿਗੁਰ ਬਚਨ ਤੰਬੇਸਰ ਪੂਰੀ ਤੇ ਇਹਨੂੰ ਜੇ ਦੂਰ ਕਰਨਾ ਹੈ ਤਾਂ ਸਤਿਗੁਰਾਂ ਦੇ ਬਚਨ ਸੁਣੇ, ਕਿਉਂਕਿ ਜੋ ਸਤਿਗੁਰੂ ਦੇ ਬਚਨ ਹਨ ਇਹ ਮਾਨੋ ਵੀ ਮਾਰੇ ਹੋਏ ਤਾਂਬੇ ਦੀ ਪੁੜੀ ਹੈ। ਸੰਨਪਾਤ ਰੋਗ ਨੂੰ ਦੂਰ ਕਰਨ ਦੇ ਲਈ ਤਾਂਬਾ ਮਾਰ ਕੇ ਉਹ ਪੁੜੀਆਂ 'ਚ ਪਾ ਕੇ ਦਿੰਦੇ ਸਨ ਵੀ ਇਹਦੇ ਨਾਲ ਠੀਕ ਹੋ ਜਾਂਦਾ। ਇਸੇ ਤਰ੍ਹਾਂ ਕਾਮ ਕ੍ਰੋਧ ਤੇ ਮੋਹ ਰੂਪੀ ਜਿਹੜਾ ਵਿਗਾੜ ਪਿਆ ਏ ਇਸ ਬਿਮਾਰੀ ਨੂੰ ਦੂਰ ਕਰਨ ਵਾਸਤੇ ਗੁਰਾਂ ਦੇ ਬਚਨ ਜਿਹੜੇ ਮਾਰੇ ਹੋਏ ਤਾਂਬੇ ਦੀ ਨਿਆਈ ਹਨ। ਨਿਤ ਸੇਵਾ ਤੇ ਸੋ ਹੋਏ ਦੂਰੀ ਇਹਨੂੰ ਨੇਤੀ ਸੇਵਨ ਕਰਨਾ ਹੁੰਦਾ ਹੈ ਵੀ ਖਾਣਾ। ਇਹ ਤੇ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਕਰਨੀ, ਇਹੀ ਸੇਵਨ ਕਰਨਾ। ਜਿਹੜਾ ਮਹਾਰਾਜ ਦੇ ਬਚਨਾਂ ਰੂਪੀ ਦਵਾਈ ਨੂੰ ਖਾਵੇਗਾ ਉਹਦੇ ਅੰਦਰੋਂ ਕਾਮ ਕ੍ਰੋਧ ਮੋਹ ਆਦਿਕ ਦਾ ਵਿਗਾੜ ਠੀਕ ਹੋ ਜਾਏਗਾ, ਦੂਰ ਹੋ ਜਾਏਗਾ। ਮਨ ਰੋਗ ਕਰਹੀ ਪਰ ਨਿੰਦਾ ਫਿਰ ਇੱਕ ਮਹਾਰਾਜ ਕਹਿੰਦੇ ਹੋਰ ਬਿਮਾਰੀ ਆ, ਉਹ ਹੈ ਉਲਟੀ ਦਾ ਰੋਗ। ਵੀ ਬੰਦੇ ਦੀ ਵਿਸ਼ਟਾ ਜਿਹੜੀ ਮੂੰਹ ਰਾਹੀਂ ਬਾਹਰ ਆਉਣ ਲੱਗ ਪੈਣੀ ਵੀ ਇਹ ਉਲਟੀਆਂ ਕਰਦਾ। ਜਿਹੜੀ ਪਰਾਈ ਨਿੰਦਾ ਕਰਨੀ ਆ ਨਾ, ਕਿਸੇ ਦੀ ਨਿੰਦਾ ਕਰਦੇ ਰਹਿਣਾ, ਅਣ ਹੋਏ ਉਹਦੇ ਤੇ ਦੋਸ਼ ਆਰੋਪਣੇ ਜਾਂ ਕਿਸੇ ਦੀ ਇੱਕ ਗਲਤੀ ਨੂੰ ਭੰਡਣਾ, ਕਹਿੰਦੇ ਵੀ ਇਹ ਸਮਝ ਲਓ ਵੀ ਨਿੰਦਾ ਰੂਪੀ ਉਲਟੀ ਦਾ ਰੋਗ ਲੱਗਾ ਏ, ਕੁਝ ਨਹੀਂ ਪਚਦਾ ਅੰਦਰ। ਲਸੇ ਸਭ ਦੇ ਨਿਜ ਮੰਦਾ ਇਹ ਉਲਟੀ ਦਾ ਰੋਗ ਕਿਵੇਂ ਹਟੇਗਾ? ਜਿੱਦਣ ਜਾਣੇਗਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਣਵਤ ਨਾਨਕ ਤਾਰੀਫ ਸੋਏ। ਜਦੋਂ ਸਾਰਿਆਂ ਤੋਂ ਮੰਦਾ ਆਪਣੇ ਆਪ ਨੂੰ ਤੇ ਬਾਕੀ ਸੰਸਾਰ ਨੂੰ ਭਲਾ ਸਮਝੇਗਾ। ਇਹ ਨਿੰਦਾ ਇੱਕ ਉਲਟੀ ਦਾ ਰੋਗ ਹੈ, ਬੰਦਾ ਨਹੀਂ ਕਰਨੋਂ ਹਟਦਾ, ਪਰ ਜਿੱਦਣ ਆਪਣੇ ਆਪ ਨੂੰ ਸਮਝ ਲੇਗਾ ਵੀ ਮੈਂ ਹੀ ਸਭ ਤੋਂ ਮਾੜਾ ਬਾਕੀ ਸਭ ਚੰਗੇ ਹੈ, ਨਿੰਦਾ ਦੀ ਬਿਮਾਰੀ ਫੇਰ ਹਟੇਗੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਵੀ ਇਦਾਂ ਦੀਆਂ ਬਿਮਾਰੀਆਂ ਹੋਰ ਵੀ ਹਨ ਜਿਨ੍ਹਾਂ ਦੇ ਨਾਲ ਜੀਵ ਦਾ ਮਨ ਭਰਿਆ ਪਿਆ ਹੈ। ਪਰ ਇਹ ਰੋਗ ਤਾਂ ਮਿਟੇਗਾ ਜੇ ਸਤਿਗੁਰਾਂ ਦੀ ਚਰਨ ਧੂੜੀ ਰੂਪੀ ਦਵਾਈ ਲੈ ਕੇ ਖਾਵੇਗਾ, ਭਾਵ ਜੇ ਚਰਨਾਂ ਦੀ ਸੇਵਾ ਕਰੇਗਾ, ਸੰਗਤ ਵਿੱਚ ਰਹੇਗਾ, ਸਾਰੇ ਰੋਗ ਮਿਟ ਜਾਣਗੇ। ਜਦੋਂ ਕਮਲ ਵਰਗੇ ਮੁਖ ਤੋਂ ਗੁਰੂ ਨਾਨਕ ਸਾਹਿਬ ਨੇ ਐਸਾ ਉਪਦੇਸ਼ ਦਿੱਤਾ ਤੇ ਹਰਦਿਆਸ ਵੈਦ ਨੇ ਜਦੋਂ ਮਹਾਰਾਜ ਦਾ ਉਪਦੇਸ਼ ਸੁਣਿਆ, ਬੜਾ ਸਿਆਣਾ ਵੈਦ ਸੀ, ਉਸੇ ਨੇ ਨਿਮਰਤਾ ਦੇ ਵਿੱਚ ਆ ਗਿਆ। ਆਪਣੇ ਮਨ 'ਚ ਚੰਗੀ ਤਰ੍ਹਾਂ ਇਨਸਾਫ ਕੀਤਾ ਵੀ ਗੱਲ ਤਾਂ ਮਹਾਰਾਜ ਜੋ ਕਹਿ ਰਹੇ ਆ ਵੀ ਇਦਾਂ ਹੀ ਹੈ, ਵੀ ਇਹ ਸਾਡੇ ਅੰਦਰ ਬਿਮਾਰੀਆਂ ਹਨ। ਜਦੋਂ ਸਾਰੇ ਆਪਣੇ ਅੰਦਰ ਲੋਕ ਜਾਣਦੇ ਨਾ ਵੀ ਹਉਮੈ ਈਰਖਾ ਨਿੰਦਾ ਸਾਰਾ ਕੁਝ ਮੇਰੇ ਵਿੱਚ ਹੈ, ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਨੂੰ ਪਹਿਲਾਂ ਮਾਫੀ ਦਿਓ ਵੀ ਮੈਂ ਤੇ ਅਣਜਾਣ ਜਿਹਾ ਹੀ ਹੋ ਕੇ ਤੇ ਤੁਹਾਡੀ ਨਾੜ ਫੜ ਕੇ ਰੋਗ ਲੱਭ ਰਿਹਾ ਸੀ। ਮਹਾਰਾਜ ਜੋ ਤੁਹਾਡੀ ਇੱਛਾ ਹੈ ਨਾ ਉਦਾਂ ਦੀ ਲੀਲਾ ਕਰੋ, ਤੁਹਾਡੀ ਲੀਲਾ 'ਚ ਮੈਂ ਰੁਕਾਵਟ ਨਹੀਂ ਪਾਉਂਦਾ। ਤੁਸੀਂ ਮਹਾਂਪੁਰਖ ਹੋ ਤੇ ਵੱਡੇ ਗੁਣਾਂ ਵਾਲੇ ਹੋ, ਤਗੜੇ ਗੁਣ ਨੇ ਤੁਹਾਡੇ 'ਚ। ਮਹਾਰਾਜ ਤੁਹਾਡੇ ਬਚਨਾਂ ਨੇ ਮੇਰੇ ਅੰਦਰ ਜਿਹੜੀ ਅਵਿਦਿਆ ਸੀ ਨਾਸ਼ ਕਰ ਦਿੱਤੀ ਹੈ। ਜਿਵੇਂ ਤੀਰ ਮਾਰ ਕੇ ਤੇ ਸੀਨਾ ਵਿੰਨ ਦਈਦਾ ਹੈ, ਮਹਾਰਾਜ ਮੇਰੇ ਅੰਦਰੋਂ ਆਪ ਜੀ ਦੇ ਬਚਨਾਂ ਨੇ ਅਵਿਦਿਆ ਨਾਸ਼ ਕੀਤੇ। ਇਹ ਮੈਨੂੰ ਸਮਝ ਲੱਗੀ ਹੈ ਵੀ ਰੋਗੀ ਅਸਲੀ ਕਿਹੜਾ ਹੈ ਤੇ ਕਿਹੜਾ ਬੰਦਾ ਰੋਗਾਂ ਤੋਂ ਰਹਿਤ ਹੈ। ਇਹ ਸਾਰਾ ਕੁਝ ਤੁਹਾਡੀ ਕਿਰਪਾ ਨਾਲ ਜਾਣ ਲਿਆ ਏ ਮਹਾਰਾਜ, ਤੁਹਾਡੀ ਸ਼ਰਨ ਪੈ ਕੇ ਵੀ ਸਾਡੀ ਕਲਿਆਣ ਮੁਕਤੀ ਕਿਵੇਂ ਹੋਵੇਗੀ। ਪਰ ਇੱਕ ਮਹਾਰਾਜ ਮੇਰੇ ਤੇ ਹੋਰ ਤਰਸ ਕਰ ਦਿਓ, ਮੇਰੇ ਮਨ ਦੀਆਂ ਸਾਰੀਆਂ ਬਿਮਾਰੀਆਂ ਕਿਰਪਾ ਕਰਕੇ ਦੂਰ ਕਰੋ। ਮਹਾਰਾਜ ਕਹਿੰਦੇ ਸਤ ਸੰਗਤ ਕਰਿਆ ਕਰ ਜੇ ਮਨ ਨੂੰ ਅਰੋਗ ਕਰਨਾ ਹੈ। ਥੋੜੇ ਦਿਨਾਂ ਦੇ ਵਿੱਚ ਹੀ ਸਾਰੇ ਰੋਗ ਨਾਸ਼ ਹੋ ਜਾਣਗੇ ਜੇ ਸਤ ਸੰਗਤ ਕਰੇ ਤੂੰ। ਮਨ ਸੁਖ ਪਾਏ, ਮਨ ਵਿੱਚ ਸੁਖ ਪਾ ਕੇ ਰਹਾਦਾਸ ਵੈਦ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਤਾ। ਮਹਿਮਾ ਜਾਣ ਲਈ ਵੀ ਮਹਾਰਾਜ ਖੋਟੀ ਮਾਤੀ ਨਾਸ਼ ਕਰਦੇ ਹਨ।
ਘਰੇ ਚਲਾ ਗਿਆ ਤੇ ਜਿੰਨਾ ਚਿਰ ਜਿਉਂਦਾ ਰਿਹਾ ਸਤ ਸੰਗਤ ਕਰਦਾ ਰਿਹਾ। ਮਹਾਰਾਜ ਦੀ ਕਿਰਪਾ ਨਾਲ ਮੁਕਤੀ ਦੇ ਲਾਇਕ ਹੋ ਗਿਆ ਤੇ ਭਰਮ ਨਾਸ਼ ਹੋ ਗਏ। ਇਸ ਤਰ੍ਹਾਂ ਵੈਦ ਹਰਦਾਸ ਦਾ ਗੁਰੂ ਨਾਨਕ ਸਾਹਿਬ ਨੇ ਉਧਾਰ ਕੀਤਾ। ਜੋ ਗੁਰੂ ਨਾਨਕ ਦੇਵ ਮਹਾਰਾਜ ਤਰਸ ਦਾ ਘਾਰੀ ਨੇ, ਕਿਰਪਾ ਦੀ ਖਾਣ ਨੇ, ਉਹਨਾਂ ਨੇ ਬਖਸ਼ ਦਿੱਤਾ। ਸਦਾ ਹੀ ਭਾਈ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਮੁਖੋਂ ਜਪਦਾ ਰਿਹਾ। ਦਿਲ ਦੇ ਸਦਾ ਹੀ ਧਿਆਨ ਧਾਰ ਕੇ ਆਖੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦਾ ਜਨਕਾਰਾ ਬੁਲਾਵੇ, ਨਿਹਾਲ ਹੋ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਗੁਰਪੁਰੀਆ ਕਾਲ ਨੇਕ ਤੇਗ ਫਤਿਹ। ਗੁਰੂ ਖਾਲਸੇ ਦੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।